ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਅਸ ਤੁਜ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੇ ਅਸ ਤੁਜ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਐ ਹੈ, ਤਾਕੇ ਕਾਲ ਨਿਕਟ ਨਹਿ ਐਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਜੋ ਕਲ ਕੋ ਇਕ ਬਾਰ ਧਿਐ ਹੈ, ਤਾਕੇ ਕਾਲ ਨਿਕਟ ਨਹਿ ਐਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡ ਭਾਗੀ ਹੋ ਗੁਰੂ ਦਰਬਾਰ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਚੌਪਈ ਸਾਹਿਬ ਬਾਣੀ ਜੋ ਕਿ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਅੱਜ ਆਪਾਂ 2 ਛੰਤ 21 ਨੰਬਰ ਔਰ 22 ਨੰਬਰ ਇਹਨਾਂ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਇਹਨਾਂ ਪਾਵਨ ਪਵਿੱਤਰ ਬਚਨਾਂ ਵਿੱਚ ਉਸ ਜਗਿਆਸੂ ਦਾ ਵਰਣਨ ਕੀਤਾ ਹੈ, ਜਿਹੜਾ ਸੰਸਾਰ ਦੇ ਸੰਕਟਾਂ ਤੋਂ ਪੀੜਿਤ ਹੈ, ਸੰਸਾਰ ਦੇ ਕਿਸੇ ਨਾ ਕਿਸੇ ਪ੍ਰਕਾਰ ਦੇ ਦੁੱਖ ਦਾ ਸ਼ਿਕਾਰ ਬਣਿਆ। ਵੈਸੇ ਜੀਵਨ ਜਿਹੜਾ ਹੈ, ਇਹ ਅਸਲ ਵਿੱਚ ਕੁਝ ਨਾ ਕੁਝ ਜਿੰਨਾ ਚਿਰ ਸੰਕਟ ਨਹੀਂ, ਓਨਾ ਚਿਰ ਜ਼ਿੰਦਗੀ ਦਾ ਕੋਈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਹਿੰਮਤ ਉਦਮ ਕਰਨ ਦਾ ਅੰਦਰ ਵਿਚਾਰ ਹੀ ਪੈਦਾ ਨਹੀਂ ਹੁੰਦਾ। ਸੰਕਟ ਜਿਵੇਂ ਸੰਸਾਰ ਦੇ ਵਿੱਚ ਪਾਇਆ ਗਿਆ ਹੈ, ਇੱਕ ਸੰਕਟ ਦਾ, ਇੱਕ ਮੁਸੀਬਤ ਦਾ ਹੱਲ ਕੀਤਾ ਜਾਏ, ਦੂਸਰੀ ਖੜੀ ਹੈ, ਦੂਸਰੀ ਦਾ ਕੀਤਾ ਜਾਏ, ਪੱਤਿਆਂ ਵਾਂਗ ਨਿਕਲਦੀ ਹੈ। ਜਿਵੇਂ ਰੁੱਖ ਨੂੰ ਜਿੰਨੀ ਵਾਰੀ ਛਾਂਗਦੇ ਜਾਈਏ, ਇੱਕ ਟਹਿਣੀ ਨੂੰ ਉਤਾਰੀਏ, ਉਸ ਟਹਿਣੀ ਵਿੱਚ ਜਿਹੜੀ ਸ਼ਕਤੀ ਉਹ ਦੂਜੀਆਂ ਵਿੱਚ ਨਿਕਲਣ ਲੱਗ ਪੈਂਦੀ, ਦੂਸਰੀ ਟਾਹਣੀ ਦੇ ਪੱਤੇ ਸੰਘਣੇ ਹੋ ਜਾਂਦੇ। ਦੁੱਖ, ਸੰਕਟ, ਮੁਸੀਬਤ ਸੰਸਾਰ ਵਿੱਚ ਇਸ ਤਰ੍ਹਾਂ ਦੀ ਹੈ ਕਿ ਇੱਕ ਪਾਸਿਓਂ ਜਿਵੇਂ ਉਹਨੂੰ ਅਸੀਂ ਕਿਸੇ ਯਤਨ ਦੁਆਰਾ, ਪ੍ਰਯਤਨ ਦੁਆਰਾ ਉਪਰਾਲਾ ਕਰਕੇ ਬੰਦ ਕਰਨੇ ਆ, 1 2 4 ਟਹਿਣੀਆਂ ਕੱਟੀ ਦੀਆਂ ਨੇ, ਉਸ ਟਹਿਣੀ ਦੀ ਸਾਰੀ ਐਨਰਜੀ ਤਾਂ ਬੰਦ ਹੋ ਗਈ,
ਪਰ ਉਹ ਦੂਜੀਆਂ ਟਹਿਣੀਆਂ ਵਿੱਚੋਂ ਪੱਤੇ ਬਣ ਕੇ ਸੰਘਣੇ ਹੋ ਗਏ, ਦੂਜੇ ਦੁੱਖ ਸੰਘਣੇ ਹੋ ਗਏ। ਇਸ ਲਈ ਜੋ ਸਤਿਗੁਰੂ ਨੇ ਬਚਨ ਕੀਤੇ ਨੇ, ਦੁੱਖ ਦਾ ਇਲਾਜ ਦੱਸਿਆ, ਉਹ ਕਹਿੰਦੇ ਨੇ ਤੂੰ ਟਹਿਣੀਆਂ ਨਾ ਕੱਟ, ਤੂੰ ਇਹ ਵੇਖ ਦੁੱਖ ਦੀ ਜੜ ਕਿੱਥੇ ਹੈ, ਕਿੱਥੋਂ ਇਹ ਪੈਦਾ ਹੁੰਦਾ ਹੈ। ਟਹਿਣੀਆਂ ਕੱਟਣ ਦਾ ਵੀ ਉਪਰਾਲਾ ਹੈ ਸੰਸਾਰ ਵਿੱਚ, ਧਰਮ ਵਿੱਚ ਵੀ ਹੈ, ਛੋਟਾ ਛੋਟਾ ਉਪਰਾਲਾ ਕੀਤਾ ਜਾਂਦਾ, ਦੁੱਖ ਹਟਦੇ ਨੇ ਪਰ ਫਿਰ ਖੜੇ ਹੋ ਜਾਂਦੇ ਨੇ। ਸਤਿਗੁਰੂ ਨੇ ਕਿਹਾ ਜੇ ਤੂੰ ਪਰਮਾਨੈਂਟਲੀ ਲਗਾਤਾਰ, ਕਿਉਂਕਿ ਇੱਥੇ ਸਤਿਗੁਰੂ ਨੇ ਕਿਹਾ ਰੱਛਾ ਹੋਏ ਤਾਂ ਹੀ ਸਭ ਕਾਲਾ, ਸਭ ਕਾਲਾ ਦਾ ਅਰਥ, ਕਾਲ ਦਾ ਅਰਥ ਇੱਥੇ ਸਮਾਂ। ਜਿੰਨਾ ਵੀ ਤੇਰਾ ਜੀਵਨ ਕਾਲ ਹੈ, ਸਮਾਂ ਹੈ, ਜਿੰਨੇ ਸਾਲ ਨੇ ਤੇਰੇ ਕੋਲ, ਉਹਨਾਂ ਦਾ ਪ੍ਰਬੰਧ ਕਿਵੇਂ ਹੋਵੇ। ਚਲੋ 1 ਸਾਲ ਲਈ ਹਟਾ ਲਿਆ, ਫਿਰ ਦੂਜੇ ਸਾਲ ਫਿਰ ਹੋਈ। ਹਜ਼ੂਰ ਨੇ ਕਿਹਾ ਜੜ ਵੇਖ ਕਿੱਥੇ ਹੈ ਸੰਕਟ ਦੀ, ਤੇ ਇਹ ਵੇਖ ਉਸ ਜੜ ਨੂੰ ਕੱਟਿਆ ਕਿਵੇਂ ਜਾਏਗਾ। ਜੇ ਜੜ ਨਾ ਮਿਲੀ, ਹੋ ਸਕਦਾ ਤੂੰ ਆਸੇ ਪਾਸੇ ਚੀਜ਼ਾਂ ਨੂੰ ਕੱਟਦਾ ਰਵੇਂ, ਜੜ ਤੇ ਫਿਰ ਬਚ ਗਈ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਈ ਥਾਵਾਂ 'ਤੇ ਕਿਰਪਾ ਕੀਤੀ ਹੈ ਕਿ ਦੁੱਖ ਆਉਂਦਾ ਹੈ, ਜਿੰਨਾ ਜਿੰਨਾ ਅਸੀਂ ਸੰਸਾਰ ਦੀ ਜਕੜ ਵਿੱਚ, ਮੋਹ ਵਿੱਚ ਫਸਨੇ ਹਾਂ, ਓਨਾ ਓਨਾ ਦੁੱਖ ਵੱਡਾ ਹੁੰਦਾ ਜਾਂਦਾ। ਇਹੀ ਹੈ ਉਹਦੀ ਜੜ। ਜਿੰਨਾ ਅਸੀਂ ਇਹਨੂੰ ਫੜਿਆ, ਓਨੇ ਦੁੱਖ ਸਾਡੇ ਵੱਡੇ ਹੋ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਵੇਂ ਕਿ ਸੱਚਾਈ ਹੈ ਕਿ ਮੋਹ ਤੇ ਸੰਸਾਰ ਦੇ ਵਿੱਚ ਹੈ ਹੀ, ਕੋਈ ਸ਼ੱਕ ਨਹੀਂ, ਪਰ ਨਾਲ ਇਹ ਵੀ ਦੱਸ ਦਿੱਤਾ ਵੀ ਦੇਖ ਕੇ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ। ਜਿੰਨਾ ਮੋਹ ਡੂੰਘਾ, ਮੋਹ ਦੇ ਅਰਥ ਤੇ ਇਹ ਨਾ ਸਮਝਣਾ ਵੀ ਕਿਸੇ ਛੋਟੇ ਬੱਚੇ ਦੇ ਨਾਲ ਲਾਡ ਪਿਆਰ ਕਰੀਏ, ਉਹਦੇ ਸਿਰ ਤੇ ਹੱਥ ਫੇਰਦੀ ਤੇ ਇਹ ਇਕੱਲਾ ਮੋਹ ਹੈ, ਨਹੀਂ। ਕਈ ਵਾਰੀ ਬੰਦਾ ਇਸ ਮੋਹ ਨੂੰ ਛੱਡ ਜਾਂਦਾ, ਬੜਾ ਕੁਰਖਤ ਜਿਹਾ ਲੱਗਦਾ, ਬੜਾ ਸਖਤ, ਨਾ ਪਰਿਵਾਰ ਨਾਲ ਬੋਲਦਾ, ਨਾ ਬੱਚਿਆਂ ਨਾਲ ਬੋਲਦਾ, ਉਦਾਸੀ ਲੱਗਦਾ, ਇੰਜ ਲੱਗਦਾ ਮੈਂ ਤਿਆਗੀ ਹੋ ਗਿਆ, ਮੈਂ ਮੋਹ ਛੱਡ ਦਿੱਤਾ। ਪਰ ਨਹੀਂ, ਮੋਹ ਦੀ ਜੜ ਕਿਤੇ ਫਿਰ ਹੋਰ ਨਿਕਲ ਆਈ। ਉੱਥੇ ਜਾ, ਮੋਹ ਦਾ ਅਰਥ ਇੱਕੋ ਵਕਤ ਸਾਰੀਆਂ ਚੀਜ਼ਾਂ ਤੋਂ ਉਪਰਾਮਤਾ, ਇੱਕ ਤੋਂ ਨਹੀਂ, ਇੱਕੋ ਸਮੇਂ ਸਾਰੀਆਂ ਚੀਜ਼ਾਂ ਤੋਂ। ਜੇ ਕਹਿੰਦੇ ਪਰਿਵਾਰ ਦਾ ਮੋਹ ਛੱਡਿਆ ਤੇ ਨਾਲ ਨਾਲ ਇਹਦੇ ਤੋਂ ਅੱਗੇ ਹੋਰ ਕਈ ਪ੍ਰਕਾਰ ਦੇ ਮੋਹ ਨੇ। ਸਤਿਗੁਰੂ ਨੇ ਬਚਨ ਕੀਤੇ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਇਹ ਵੀ ਤਾਂ ਇੱਕ ਮੋਹ ਹੀ ਹੈ ਨਾ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਪਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ, ਜਿਹਦੇ ਵਾਸਤੇ ਸਭ ਕੁਝ ਤਿਆਗਿਆ। ਚਾਲੇ ਤੇ ਹਰ ਮਿਲਨ ਕੋ, ਵਿਚੇ ਅਟਕਿਓ ਚੀਤ। ਰਾਹ ਵਿੱਚ ਭਲਾ ਥੋੜ੍ਹੀਆਂ ਚੀਜ਼ਾਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਜਦੋਂ ਇਸ ਰਾਹ 'ਤੇ ਕੋਈ ਤੁਰਦਾ ਹੈ ਤੇ ਰਾਹ ਦੇ ਵਿੱਚ ਸਭ ਤੋਂ ਪਹਿਲਾਂ ਬੰਦੇ ਦੇ ਜੀਵਨ ਵਿੱਚ ਮਾਇਆ ਆਉਂਦੀ ਪਹਿਲੀ। ਉਹਨੂੰ ਕਹਿੰਦੇ ਨੇ ਜੜ ਮਾਇਆ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਾਇਆ ਆ ਗਈ। ਤੁਸੀਂ ਕਈ ਇਸ ਤਰ੍ਹਾਂ ਦੇ ਗੁਰਸਿੱਖ ਵੇਖੇ ਹੋਣਗੇ, ਅਭਿਆਸੀ, ਜਿਨ੍ਹਾਂ ਨੇ ਕੋਈ ਨਾ ਕੋਈ ਜਪ ਤਪ ਸ਼ੁਰੂ ਕੀਤਾ। ਇੱਧਰੋਂ ਕੋਈ ਆਣ ਮਿਲਿਆ, ਉਹਨੇ ਸਿਰ ਰੱਖ ਦਿੱਤਾ ਅੱਗੇ। ਇੱਧਰੋਂ ਕੋਈ ਆਣ ਕੇ ਮਿਲ ਗਿਆ, ਉਹਨੇ ਕਿਹਾ ਆਓ ਜੀ ਫਲਾਣਾ ਕੰਮ ਕਰੀਏ, ਮਾਇਆ ਵਿੱਚ ਵਾਧਾ ਹੋ ਜਾਏਗਾ। ਮਾਇਆ ਵਧਣੀ ਸ਼ੁਰੂ ਹੋ ਗਈ। ਅਸਲ ਵਿੱਚ ਉੱਥੇ ਉਹਨੂੰ ਪਤਾ ਨਹੀਂ ਲੱਗਦਾ ਵੀ ਇਹ ਅਣਜਾਣ ਪੁਣੇ ਵਿੱਚ ਤੈਨੂੰ ਘੇਰਾ ਪੈਂਦਾ ਜਾ ਰਿਹਾ, ਇਹਨੇ ਤੈਨੂੰ ਵੇੜ ਲੈਣਾ। ਇਹ ਪਹਿਲੀ ਮਾਇਆ ਹੈ, ਜੜ ਮਾਇਆ। ਉਹ ਚੌਵਾਂ ਪਾਸਿਓਂ ਡਿੱਗਦੀ ਹੈ, ਉਹਦੇ ਵਿੱਚ ਬੰਦਾ ਫਸਦਾ ਜਾਂਦਾ ਹੈ। ਬਸ ਉਸ ਮਾਇਆ ਦੇ ਚੱਕਰ ਵਿੱਚ ਫਸ ਕੇ ਪਹਿਲੇ, ਜਿਵੇਂ ਕਹਿੰਦੇ ਨਾ ਵੀ ਫਲਾਣਾ ਖਿਡਾਰੀ ਤੇ ਪਹਿਲੀ ਕਬੱਡੀ ਵਿੱਚ ਹੀ ਡਿੱਗ ਪਿਆ। ਅਜੇ ਪਹਿਲੀ ਕਬੱਡੀ ਪਾਈ ਸੀ, ਪਹਿਲਾ ਫੇਰਾ, ਉਹਦੇ 'ਚ ਹੀ ਆਊਟ ਗਿਆ। ਮਾਇਆ ਨੇ ਪਹਿਲਾਂ ਹੀ ਘੇਰ ਲਿਆ। ਬਸ ਹੋ ਗਈ ਗਿਣਤੀ ਮਿਣਤੀ ਸ਼ੁਰੂ, ਹੋ ਗਿਆ 99 ਦਾ ਜਾਲ ਸ਼ੁਰੂ ਇਕੱਠਾ। ਇਹ ਉਹਨੂੰ ਪਤਾ ਹੀ ਨਹੀਂ ਕਿ ਇਹ ਕਿਤੇ ਨਾ ਕਿਤੇ ਉਹ ਜਾਲ ਪੈ ਗਿਆ। ਪਤਾ ਤਾਂ ਨਹੀਂ ਲੱਗਾ ਕਿਉਂਕਿ ਉਹ ਖੁਦ ਇਕੱਲਾ ਤੁਰਦਾ। ਉਹਨੇ ਕਦੀ ਕਿਸੇ ਦੀ ਸੰਗਤ ਨਹੀਂ ਕੀਤੀ, ਕਦੀ ਕਿਸੇ ਬਖਸ਼ੇ ਹੋਏ ਦੇ ਕੋਲ ਹੀ ਨਹੀਂ ਬੈਠਾ।
ਤੇ ਜੇ ਬੈਠਾ ਤੇ ਗੱਲ ਨਹੀਂ ਸੁਣੀ, ਸਿਆਣਪ ਇੰਨੀ, ਇਸ ਕਰਕੇ ਪਹਿਲੀ ਮਾਇਆ ਵਾਪਰ ਗਈ ਉਹਦੇ ਵਿੱਚ, ਜਿਹਦੇ ਵਿੱਚ ਸਾਰਾ ਸੰਸਾਰ ਪਹਿਲਾਂ ਹੀ ਫਸਿਆ ਹੋਇਆ ਹੈ। ਉਹ ਧਾਰਮਿਕ ਬੰਦਾ ਵੀ ਉਹਦੇ ਵਿੱਚ ਵਲੇਟਿਆ ਗਿਆ। ਉਹ ਪਹਿਲੀ ਪ੍ਰਕਾਰ ਦੀ ਮਾਇਆ ਹੈ, ਉਹਦੇ ਵਿੱਚ ਫਸ ਗਿਆ। ਫਿਰ ਦੂਜੀ ਹੈ ਚੇਤਨ ਮਾਇਆ, ਉਹਦੇ ਵਿੱਚ ਬੰਦਾ ਫਸ ਜਾਂਦਾ। ਚੇਤਨ ਸਰੀਰਕ ਮਾਇਆ, ਜਿਹੜੀ ਮਾਇਆ ਤੁਰਦੀ ਹੈ, ਇਸਤਰੀ ਵਾਸਤੇ ਪੁਰਸ਼, ਪੁਰਸ਼ ਵਾਸਤੇ ਇਸਤਰੀ, ਦੂਜੇ ਨੰਬਰ 'ਤੇ ਆਏਗੀ। ਜੇ ਪਹਿਲੇ ਨੂੰ ਬੰਦਾ ਲੰਘੇਗਾ ਤੇ ਤਾਂ ਆਵੇਗੀ ਨਾ, ਵੈਸੇ ਆਉਣੀ ਕਿੱਥੇ ਹੈ। ਪਹਿਲੀ ਨੂੰ ਬੰਦਾ ਸਰ ਕਰੇਗਾ ਤਾਂ ਦੂਸਰੀ ਆਵੇਗੀ। ਤੇ ਇਹਦੇ ਤੋਂ ਜੇ ਦੂਸਰੀ ਨੂੰ ਵੀ ਸਰ ਕਰ ਗਿਆ ਤੇ ਇੱਕ ਹੋਰ ਹੈ ਸਾਧ ਸੰਗਤ, ਉਹ ਹੈ ਮਨੁੱਖ ਦੀ ਉਸਤਤ। ਇਹ ਵੀ ਵਡਿਆਈ ਹੈ। ਲੋਕ ਕਹਿਣ ਲੱਗ ਪੈਂਦੇ ਨੇ ਅਭਿਆਸੀ ਬੜਾ ਤਕੜਾ ਹੈ ਜੀ, ਬਹੁਤ ਵੱਡਾ ਹੈ ਜੀ, ਜਾਗਦਾ ਹੀ ਰਹਿੰਦਾ ਜੀ, ਖਾਂਦਾ ਕੁਝ ਨਹੀਂ। ਇਹ ਵੀ ਇੱਕ ਮਾਇਆ ਹੈ, ਉਹਨੇ ਵੀ ਘੇਰ ਲਿਆ। ਬਸ ਉਸ ਰਸ ਦੇ ਵਿੱਚ ਅੰਦਰ ਤੁਰਨ ਲੱਗ ਪੈਂਦਾ। ਇਹਨੂੰ ਕੱਲ੍ਹ ਮੈਂ ਬੇਨਤੀ ਕੀਤੀ, ਇਹ ਮਰਜ਼ ਹੈ ਬੰਦੇ ਦੀ, ਇਹ ਰੋਗ ਨੇ। ਥਾਂ ਥਾਂ 'ਤੇ ਇਹਨਾਂ ਨੂੰ ਪਾਰ ਕਰਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਗੁਰੂ ਤੋਂ ਬਿਨਾਂ ਪਾਰ ਨਹੀਂ। ਤਾਂ ਹੀ ਤੇ ਕਿਹਾ ਸੀ, ਗੁਰ ਬਿਨ ਘੋਰ ਅੰਧਾਰ। ਹੋਰ ਕੋਈ ਇਹ ਥੋੜ੍ਹਾ ਵੀ ਜਿਨ੍ਹਾਂ ਦਾ ਗੁਰੂ ਨਹੀਂ, ਉਹਨਾਂ ਦੇ ਬਲਬ ਦਾ ਚਾਨਣ ਘੱਟ। ਕੀ ਪਤਾ ਉਹਨਾਂ 3-4 ਲਾਏ ਹੋਣ। ਇਹ ਚਾਨਣ ਬਾਹਰਲਾ ਨਹੀਂ, ਚਾਨਣ ਹੈ ਮਨ ਦਾ। ਉਹ ਨਹੀਂ ਉਹਦੇ ਕੋਲ ਜਿਹਦਾ ਗੁਰੂ ਨਹੀਂ, ਜਿਹਨੇ ਗੁਰੂ ਕੀ ਸੰਗਤ ਨਹੀਂ ਕੀਤੀ। ਗੁਰੂ ਬਣਾਉਣਾ ਇੱਕ ਗੱਲ ਹੈ, ਗੁਰੂ ਦੀ ਸੰਗਤ ਦੂਜੀ ਗੱਲ ਹੈ। ਬਣਾ ਤੇ ਲਿਆ, ਵਿਦਿਆਰਥੀ ਤੇ ਦੋਵੇਂ ਨੇ, ਐਡਮਿਸ਼ਨ ਦੋਵਾਂ ਨੇ ਲਈ, ਪਰਤ ਕੇ ਕਲਾਸ ਅਟੈਂਡ ਹੀ ਨਹੀਂ ਕੀਤੀ। ਵਿੱਚ ਬੈਠੇ ਨੇ ਇਕੱਲਾ ਨਾਮ ਲਿਖਾ ਦਿੱਤਾ, ਸੰਸਾਰ ਵਿੱਚ ਕਹਿ ਦਿੱਤਾ ਜੀ ਪੜ੍ਹਨਾ, ਕਲਾਸ ਕਦੀ ਨਹੀਂ ਅਟੈਂਡ ਕੀਤੀ। ਇਹ ਕੋਈ ਵਿਦਿਆਰਥੀ ਨਹੀਂ, ਇਹ ਕੋਈ ਸਿੱਖ ਨਹੀਂ ਹੈ ਜਿਹੜਾ ਕਲਾਸ ਅਟੈਂਡ ਨਹੀਂ ਕਰਦਾ। ਤਾਂ ਇਹ ਕਈ ਪ੍ਰਕਾਰ ਦੀ ਜਿਹੜੀ ਮਾਇਆ ਹੈ ਨਾ, ਮਾਇਆ ਦੇ ਅਰਥ ਰੁਕਾਵਟ, ਮੁਸੀਬਤ। ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਇਹਨਾਂ ਚੀਜ਼ਾਂ ਨੂੰ ਪਕੜ ਲੈਣਾ ਦੁੱਖ ਹੈ, ਇਹਨਾਂ ਨੂੰ ਵਰਤਣਾ ਦੁੱਖ ਨਹੀਂ ਹੈ। ਬੜਾ ਔਖਾ, ਛੱਡ ਜਾਣਾ ਵੀ ਸੌਖਾ ਹੈ, ਪਕੜ ਲੈਣਾ ਵੀ ਸੌਖਾ ਹੈ। ਵਿੱਚ ਰਹਿਣਾ ਵੀ ਸੌਖਾ ਹੈ ਤੇ ਵੱਖਰੇ ਰਹਿਣਾ ਵੀ ਸੌਖਾ ਹੈ। ਪਰ ਰੱਬ ਦਾ ਸੁਭਾਅ ਹੋਰ ਦੱਸਿਆ ਸੱਚੇ ਪਾਤਸ਼ਾਹ ਨੇ। ਕਹਿੰਦੇ ਤੂੰ ਕੋਈ ਆਉਂਦਾ ਹੈ ਸੰਨਿਆਸੀ, ਕੋਈ ਆਉਂਦਾ ਹੈ ਸੰਸਾਰੀ, ਦੋਵੇਂ ਆਏ ਗੁਰੂ ਸਾਹਿਬ ਦੇ ਕੋਲ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੋਵੇਂ ਹੀ ਆਉਂਦੇ ਨੇ। ਇੱਕ ਸੰਸਾਰੀ ਹੈ, ਇੱਕ ਸੰਨਿਆਸੀ ਹੈ। ਦੋਵਾਂ ਦੀ ਬੇਨਤੀ ਹੈ, ਸਤਿਗੁਰੂ ਉਸ ਰੱਬ ਦੀ ਕੋਈ ਦੱਸ ਰਸਤਾ, ਕੋਈ ਦੱਸੋ ਕਿਵੇਂ ਪਹੁੰਚੀਏ ਉਹਦੇ ਤੱਕ, ਕਿਵੇਂ ਮਿਲੀਏ। ਹਜ਼ੂਰ ਨੇ ਕਿਹਾ ਤੁਹਾਡੇ ਵਰਗਾ ਦੋਵਾਂ ਵਰਗਾ ਨਹੀਂ ਹੋ, ਮਿਲੋਗੇ ਕਿਵੇਂ, ਤੁਸੀਂ ਨਹੀਂ ਇਸ ਤਰ੍ਹਾਂ ਮਿਲ ਸਕਦੇ। ਜਿਵੇਂ ਦੇ ਤੁਸੀਂ ਦੋਵੇਂ ਹੋ, ਉਹ ਇਸ ਤਰ੍ਹਾਂ ਦੋਵਾਂ ਵਿੱਚੋਂ ਇੱਕ ਗੁਣ ਨੇ, ਉਹਦੇ ਵਿੱਚ ਦੋਵੇਂ ਇਕੱਠੇ ਨੇ। ਉਹਦੇ ਵਿੱਚ ਦੋ ਕਿਹੜੇ ਨੇ? ਕਹਿੰਦੇ ਇਸ ਤਰ੍ਹਾਂ ਇੱਕ ਤੇ ਤੂੰ ਸੰਸਾਰੀ ਹੈ, ਤੂੰ ਤੇ ਸਾਰਾ ਦਿਨ ਮਾਇਆ ਵਿੱਚੋਂ ਨਹੀਂ ਨਿਕਲਦਾ। ਦੂਸਰਾ ਛੱਡ ਕੇ ਦੌੜ ਗਿਆ। ਦੋਵਾਂ ਨਾਲ ਉਹ ਮਿੱਤਰ ਨਹੀਂ ਬਣਦਾ, ਉਹ ਕਿਹਦੇ ਨਾਲ ਕਿਉਂਕਿ ਉਹਦਾ ਜਿਹੜਾ ਸੁਭਾਅ ਹੈ ਉਹਨੂੰ ਕਹਿੰਦੇ ਨੇ ਸਰਬ ਨਿਵਾਸੀ ਸਦਾ ਅਲੇਪਾ। ਸਾਰਿਆਂ ਦੇ ਵਿੱਚ ਵੀ ਰਹਿੰਦਾ ਤੇ ਵੱਖਰਾ ਵੀ ਰਹਿੰਦਾ। ਇਹ ਗੱਲ ਬੜੀ ਔਖੀ। ਸਾਧ ਸੰਗਤ ਇਹਦੀ ਵਿਆਖਿਆ ਬੜੀ ਸੌਖੀ ਹੈ, ਕਰਨਾ ਬੜਾ ਔਖਾ। ਉਹ ਵਿੱਚ ਵੀ ਰਹਿੰਦਾ ਤੇ ਵੱਖਰਾ ਵੀ ਰਹਿੰਦਾ ਹੈ। ਬੰਦੇ ਦਾ ਸੁਭਾਅ ਹੈ ਜਾਂ ਵਿੱਚ ਰਹਿਣਾ ਤੇ ਜਾਂ ਵੱਖਰੇ ਰਹਿਣਾ, ਦੋਵਾਂ ਨਾਲ ਉਹ ਸਹਿਮਤ ਨਹੀਂ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਬਾਹਰ ਭੀਤਰ ਏਕੋ ਜਾਨੋ, ਏ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੈ ਨਾ ਭਰਮ ਕੀ ਕਾਈ। ਬੜੀਆਂ ਰੁਕਾਵਟਾਂ ਨੇ। ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਮੁਸੀਬਤ ਨੂੰ ਵੇਖੋ ਕਿੱਥੇ ਹੈ। ਮੁਸੀਬਤ ਹੈ ਬੰਦੇ ਦੀ ਪਕੜ ਵਿੱਚ। ਭਾਵੇਂ ਕਿਸੇ ਚੀਜ਼ ਨੂੰ ਪਕੜ ਲਵੇ, ਉਹ ਹੀ ਮੁਸੀਬਤ ਹੈ। ਇਸ ਕਰਕੇ ਕਹਿੰਦੇ
ਮੁਸੀਬਤ ਕਿਹਨਾਂ ਦੀ ਹਟੀ ਹੈ? ਜਿਨ੍ਹਾਂ ਨੂੰ ਅਰਦਾਸ ਦੀ ਜਾਚ ਆ ਗਈ, ਜਿਨ੍ਹਾਂ ਨੂੰ ਚੌਪਈ ਦੀ ਜਾਚ ਆ ਗਈ। ਕਬਿਓ ਵਾਚ ਬੇਨਤੀ ਚੌਪਈ। ਜਿਨ੍ਹਾਂ ਨੂੰ ਰੱਬ ਅੱਗੇ ਅਰਦਾਸ ਕਰਨ ਦਾ ਤਰੀਕਾ ਆ ਗਿਆ, ਕਿਵੇਂ ਕਰੀਦਾ। ਹੁਣ ਇੱਥੇ ਧਿਆਨ ਦੇਣਾ, ਹਜ਼ੂਰ ਕਹਿੰਦੇ ਨੇ ਉਹਨਾਂ ਦੇ ਦੁਸ਼ਟ ਜਿਨ੍ਹਾਂ ਨੇ ਜਿਹੜੇ ਵਾਹਿਗੁਰੂ ਜੀ ਦੇ ਚਰਨੀ ਪੈ ਗਏ, ਸ਼ਰਨ ਵਿੱਚ ਡਿੱਗ ਪਏ, ਉਹਨਾਂ ਦੇ ਸਾਰੇ ਜਿਹੜੇ ਦੁਖੀ ਸਨ ਉਹ ਦੁਖੀ ਹੋ ਕੇ ਮਰੇ। ਜਿਹੜੇ ਉਹਦੇ ਚਰਨਾਂ ਵਿੱਚ ਡਿੱਗੇ ਉਹਨਾਂ ਦੇ ਸਾਰੇ ਸੰਕਟ ਰੱਬ ਨੇ ਟਾਲ ਦਿੱਤੇ। ਸ਼ਰਨ ਵਿੱਚ ਆਉਣ ਵਾਲੇ ਕੌਣ ਨੇ? ਥੋੜ੍ਹੀ ਜਿਹੀ ਬੇਨਤੀ ਕਰਾਂ, ਸ਼ਰਨ ਵਿੱਚ ਆਉਣਾ ਬਹੁਤ ਔਖਾ ਹੈ। ਸ਼ਰਨ ਵਿੱਚ ਆਉਣਾ ਧਰਮ ਦਾ ਅਖੀਰਲਾ ਹਿੱਸਾ ਹੈ। ਸ਼ਰਨ ਵਿੱਚ ਆ ਹੀ ਨਹੀਂ ਕੋਈ ਸਕਦਾ ਨਹੀਂ ਜਲਦੀ। ਇਹ ਕਹਿਣਾ ਹੋਰ ਗੱਲ ਹੈ, ਸ਼ਰਨ ਵਿੱਚ ਆਉਣਾ ਬੜੀ ਵੱਖਰੀ ਘਟਨਾ ਜ਼ਿੰਦਗੀ ਦੀ। ਸ਼ਰਨ ਤੋਂ ਪਹਿਲਾਂ 3-4 ਹੋਰ ਚੀਜ਼ਾਂ ਆਉਂਦੀਆਂ ਨੇ। ਪਹਿਲਾਂ ਗੁਰਸਿੱਖ ਗੁਰੂ ਕੋਲ ਜਾਂਦਾ ਹੈ, ਗੁਰੂ ਦੀ ਗੱਲ ਨੂੰ ਸੁਣਦਾ ਹੈ। ਹੁਣ ਸੁਣਤੇ ਲਈ ਕੀ ਪਤਾ ਉਹਦੇ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਆਇਆ ਕਿ ਨਹੀਂ, ਪ੍ਰਤੀਤ ਆਈ। ਪ੍ਰਤੀਤ ਤੋਂ ਬਿਨਾਂ ਕਿਵੇਂ ਸ਼ਰਨ ਵਿੱਚ ਆਏਗਾ? ਜਿਹਦੇ ਉੱਤੇ ਮਨ ਨਾ ਮੰਨੇ, ਤਸੱਲੀ ਨਾ ਆਵੇ, ਉਹਦੀ ਸ਼ਰਨ ਵਿੱਚ ਬੰਦਾ ਕਿਵੇਂ? ਜਿਹਦੇ ਉੱਤੇ ਆਦਮੀ ਇੱਕ ਬੱਸ 'ਤੇ ਵੀ ਸਫ਼ਰ ਕਰਦਾ ਹੈ ਤੇ ਪਹਿਲਾਂ ਤਸੱਲੀ ਕਰ ਲੈਂਦਾ ਹੈ ਕਿ ਜਿੱਥੇ ਮੈਂ ਪਹੁੰਚਣਾ ਉੱਥੋਂ ਤੱਕ ਪਹੁੰਚ ਜਾਏਗੀ। ਇਹਦੀ ਹਾਲਾਤ ਕਿਵੇਂ ਦੀ ਹੈ, ਇਹਦੀ ਕਿਵੇਂ ਦੀ ਬੱਸ ਹੈ, ਇਹਦੇ ਟਾਇਰ ਕਿਵੇਂ ਦੇ ਨੇ, ਰਸਤੇ ਵਿੱਚ ਤੇ ਨਾ ਖੜੀ ਰਹੇਗੀ। ਜਦੋਂ ਪਹਿਲਾਂ ਵੇਖਦਾ ਹੈ, ਫਿਰ ਵੇਖਣ ਤੋਂ ਬਾਅਦ ਅੰਦਰ ਕਿਤੇ ਚੰਗੀ ਤਰ੍ਹਾਂ ਤਸੱਲੀ ਕਰ ਲੈਂਦਾ। ਪਹਿਲਾਂ ਉਹਦੇ ਉੱਤੇ ਸ਼ੱਕ ਵੀ ਕਰਦਾ ਹੈ, ਕਿਉਂਕਿ ਪਰਖ ਹੁੰਦੀ ਉਦੋਂ ਜਦੋਂ ਸ਼ੱਕ ਕਰੀਏ। ਇਹ ਨਹੀਂ ਵੀ ਸਿੱਖ ਵਿੱਚ ਸ਼ੱਕ ਨਹੀਂ ਹੈ। ਖਿਆਲ ਰੱਖਣਾ, ਜਿਨ੍ਹਾਂ ਨੇ ਸ਼ੱਕ ਤੋਂ ਬਿਨਾਂ ਗੁਰੂ 'ਤੇ ਵਿਸ਼ਵਾਸ ਕਰ ਲਿਆ, ਉਹ ਕਿਤੇ ਨਾ ਕਿਤੇ ਵਿਸ਼ਵਾਸ ਕੱਚਾ ਰਹਿ ਜਾਏਗਾ। ਉਹਦੇ ਵਿੱਚ ਕਿਤੇ ਨਾ ਕਿਤੇ ਕੁਣਕਣਾਪਣ ਹੈ, ਉਹ ਟੁੱਟ ਸਕਦਾ। ਪਹਿਲਾਂ ਗੁਰੂ ਦੇ ਉੱਤੇ ਸ਼ੱਕ ਕੀਤਾ ਹੀ ਨਹੀਂ। ਹਾਂ, ਇੱਕ ਦੂਜਾ ਰਸਤਾ ਹੈ, 2 ਰਾਹ ਨੇ ਗੁਰੂ ਦੇ ਉੱਤੇ ਵਿਸ਼ਵਾਸ ਕਰਨ ਦੇ। ਤੇ ਵਿਸ਼ਵਾਸ ਕਰਾਂਗੇ ਤੇ ਸ਼ਰਨ ਪਵਾਂਗੇ। ਸ਼ਰਨ ਦੇ ਅਰਥ ਨੇ ਹੁਣ ਮੈਨੂੰ ਆਪਣਾ ਫਿਕਰ ਨਹੀਂ, ਹੁਣ ਗੁਰੂ ਨੂੰ ਫਿਕਰ ਹੈ। ਜਿੰਦਾ ਰੱਖਣਾ ਕਿ ਮਾਰਨਾ ਹੈ, ਗਰੀਬ ਰੱਖਣਾ ਕਿ ਅਮੀਰ ਰੱਖਣਾ, ਕਿ ਤੰਦਰੁਸਤ ਹੈ ਕਿ ਬਿਮਾਰ ਰੱਖਣਾ, ਕਿਵੇਂ ਕਰਨਾ, ਇੱਜ਼ਤ ਕਰਾਉਣੀ ਹੈ ਕਿ ਬੇਇੱਜ਼ਤੀ ਕਰਾਉਣੀ ਹੈ, ਕੀ ਕਰਨਾ ਹੈ। ਇਹ ਉਸ ਬੰਦੇ ਦੇ ਵਿੱਚ ਖਿਆਲ ਨਹੀਂ ਹੈ। ਜੇ ਉਹਦੇ ਵਿੱਚ ਖਿਆਲ ਆ ਗਿਆ ਤੇ ਸ਼ਰਨ ਨਹੀਂ ਪਿਆ। ਹੈ ਬੜਾ ਔਖਾ ਉੱਤੇ ਛੱਡ ਦੇਣਾ। ਅੰਦਰ ਅੰਦਰ ਤੇ ਸਾਧ ਸੰਗਤ ਬੰਦਾ ਤੇ ਜਦੋਂ ਕਈ ਵਾਰੀ ਮੁਸੀਬਤ ਵਿੱਚ ਫਸਿਆ ਵੀ ਕਹਿੰਦਾ ਹੈ ਨਾ ਜੀ, ਜੇ ਇਹ ਕਾਰਜ ਹੋ ਗਿਆ ਤੇ ਮੈਂ ਦਰਬਾਰ ਸਾਹਿਬ ਜਾ ਕੇ ਆਵਾਂਗਾ, ਇਹ ਕਰਾਂਗਾ। ਉਹ ਕਹਿੰਦਿਆਂ ਵੀ ਵਿੱਚ ਇੱਕ ਗੱਲ ਆ ਜਾਂਦੀ ਵੀ ਜੇ ਨਾ ਹੋਇਆ ਤੇ ਫਿਰ ਦੇਖਾਂਗੇ। ਵਿੱਚ ਖੜੀ ਇਹ ਚੀਜ਼ ਇੱਕ, ਉਹ ਹਿੱਲ ਜਾਂਦੀ ਹੈ। ਵਿਸ਼ਵਾਸ ਆਖਰੀ ਜਿੱਥੇ ਚੌਪਈ ਸ਼ੁਰੂ ਹੁੰਦੀ ਹੈ, ਅਰਦਾਸ ਸ਼ੁਰੂ ਹੁੰਦੀ ਹੈ। ਅਰਦਾਸ ਇੱਕ ਰਵਾਇਤ ਨਹੀਂ, ਅਰਦਾਸ ਸਿੱਖੀ ਦਾ ਅਖੀਰਲਾ ਹਿੱਸਾ ਹੈ, ਜਿੱਥੇ ਜਾ ਕੇ ਸਿੱਖ ਸੰਪੂਰਨ ਹੋ ਜਾਂਦਾ। ਉਸ ਤੋਂ ਅੱਗੇ ਹੋਰ ਕੋਈ ਭਗਤੀ ਨਹੀਂ ਅਰਦਾਸ ਤੋਂ ਵੱਡੀ। ਪਰ ਇਹ ਬੜੇ ਐਂਡ ਤੇ ਆਉਂਦੀ ਜਾ ਕੇ ਅਖੀਰ ਤੇ। 2 ਤਰ੍ਹਾਂ ਨਾਲ ਵਿਸ਼ਵਾਸ ਕੀਤਾ ਜਾ ਸਕਦਾ ਹੈ ਆਪਣੇ ਗੁਰੂ ਤੇ। ਕਈ ਤਰ੍ਹਾਂ ਦੇ ਵੈਸੇ ਤਰੀਕੇ ਨੇ। ਇੱਕ ਤਾਂ ਇਹ ਸਾਧ ਸੰਗਤ ਗੁਰੂ ਧਾਰਨ ਕਰੇ, ਗੁਰੂ ਨਾਲ ਪਿਆਰ ਕਰੇ ਤੇ ਫਿਰ ਗੁਰੂ ਨੂੰ ਕਵੇ ਤੂੰ ਮੇਰੇ ਨਾਲ ਕੁਝ ਵਾਪਰਾ, ਮੇਰੀ ਜ਼ਿੰਦਗੀ ਤੇ ਕੁਝ ਵਾਪਰੇ ਤੇਰੇ ਵੱਲੋਂ, ਤੇ ਮੈਂ ਉਹਨੂੰ ਵੇਖ ਕੇ ਤੇਰੇ ਤੇ ਫਿਰ ਵਿਸ਼ਵਾਸ ਕਰਾਂਗਾ। ਇਹ ਵਿਸ਼ਵਾਸ ਜਿੱਦਣ ਜੇ ਇਸ ਤਰ੍ਹਾਂ ਆ ਗਿਆ ਤੇ ਸਾਧ ਸੰਗਤ ਬੜਾ ਡੂੰਘਾ ਹੋਵੇਗਾ। ਗੁਰੂ ਨੂੰ ਕਵੇ ਮੈਂ ਤੇਰੇ ਅੱਗੇ ਤੇ ਜ਼ਰੂਰ ਆਇਆ, ਵਿਸ਼ਵਾਸ ਕੀਤਾ ਕੁਝ % ਹੈ, ਬਸ ਪੂਰਾ ਨਹੀਂ ਅਜੇ। ਐਵੇਂ ਮੈਂ ਕਹੀ ਜਾਂ ਜੀ ਮੈਂ ਪੂਰਾ ਸਿੱਖ, ਕੋਈ ਨਹੀਂ ਵਿਸ਼ਵਾਸ ਪੂਰਾ। ਪੂਰਾ ਵਿਸ਼ਵਾਸ ਤਾਂ ਆਵੇਗਾ ਤੂੰ ਮੈਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਦਿਖਾ ਕਰਕੇ ਵੀ ਆਹ ਮੈਂ ਸੋਚਦਾ ਸਾਂ ਨਹੀਂ ਹੋ ਸਕਦਾ, ਤੂੰ ਕਰਕੇ ਦਿਖਾ ਦੇ। ਕਰਾਮਾਤ ਉਸ ਨੂੰ ਕਿਹਾ। ਕਰਾਮਾਤ ਦੇ ਕੀ ਅਰਥ ਨੇ?
ਕਰਾਮਾਤ ਦੇ ਇਹ ਅਰਥ ਨਹੀਂ ਕਿ ਜ਼ਰੂਰੀ ਕਿ ਮਹਾਂਭਾਰਤ ਦੀ ਯੁੱਧ ਵਿੱਚ ਭੀਮ ਨੇ ਹਾਥੀਆਂ ਦੀ ਪੂੰਛ ਫੜ ਕੇ ਆਕਾਸ਼ ਵਿੱਚ ਸਿੱਟ ਦਿੱਤਾ, ਅਜੇ ਤੱਕ ਫਿਰਦੇ ਨੇ ਕਹਿੰਦੇ ਉੱਥੇ। ਗੁਰਸਿੱਖੀ ਵਿੱਚ ਵੀ ਕਰਾਮਾਤ ਦੀ ਗੱਲ ਆਈ। ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਵੱਲ ਵੇਖੀ, ਕਰਾਮਾਤ ਹੈ। ਕਹਿੰਦੇ ਨੇ ਕਿ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਕਿਉਂ ਹੋਇਆ? ਕਰਾਮਾਤ ਹੀ ਹੈ। ਜਿਸ ਬੱਚੇ ਕੋਲ ਸਾਧ ਸੰਗਤ, ਜਿਸ ਬੱਚੇ ਦੇ ਨਾਲ ਕੋਈ ਬੋਲ ਕੇ ਵੀ ਰਾਜੀ ਨਹੀਂ, ਉਹਦੇ ਘਰ ਵਿੱਚ 7-8 ਸਾਲ ਦੀ ਉਮਰ ਵਿੱਚ ਸਮਾਂ ਆ ਗਿਆ, ਸਾਰਾ ਸੰਸਾਰ ਉਹਦੇ ਅੱਗੇ ਝੁਕਦਾ ਹੈ। ਫਿਰ ਇੱਥੋਂ ਤੱਕ ਬਸ ਨਹੀਂ, ਦੁਨੀਆ ਦੇ ਰਾਜੇ ਮਹਾਰਾਜੇ ਚਲੋ ਗਰੀਬ ਬਣ ਹੀ ਜਾਂਦੇ ਨੇ ਕਈ ਵਾਰੀ, ਪਹਿਲਾਂ ਗਰੀਬੀ ਹੁੰਦੀ ਫਿਰ ਕੁਰਸੀ ਮਿਲ ਗਈ, ਪਰ ਬਸ ਉਹਨਾਂ ਚਿਰ ਹੀ ਲੋਕ ਝੁਕਦੇ ਨੇ ਜਿੰਨਾ ਚਿਰ ਉਹਨਾਂ ਦਾ ਸਰੀਰ ਸਲਾਮਤ ਰਹਿੰਦਾ। ਪਰ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਦੇ ਨਹੀਂ ਕਿ ਜਿੰਨਾ ਚਿਰ ਸਰੀਰਕ ਤੌਰ ਤੇ ਰਹੇ। ਤੁਸੀਂ ਵੇਖੋ ਧੰਨ ਗੁਰੂ ਰਾਮਦਾਸ ਜੀ ਦੇ ਵਕਤ ਅਕਬਰ ਸੀ ਬਾਦਸ਼ਾਹ। ਇਹ ਠੀਕ ਹੈ, ਅਕਬਰ ਜਦੋਂ ਨਿਕਲਦਾ ਸੀ ਉਦੋਂ ਹਜ਼ਾਰਾਂ ਫੌਜਾਂ ਅੱਗੇ ਪਿੱਛੇ ਤੁਰਦੀਆਂ ਸਨ, ਕਈ ਕੁਝ ਹੁੰਦਾ ਸੀ, ਕਈ ਕੁਝ ਚੱਲਦਾ ਸੀ। ਅੱਜ ਪੁੱਛੋ ਕੌਣ ਅਕਬਰ ਨੂੰ ਮੱਥਾ ਟੇਕਦਾ, ਕੌਣ ਯਾਦ ਕਰਦਾ? ਕੋਈ ਨਹੀਂ ਕਰਦਾ ਉਸ ਨੂੰ। ਅਕਬਰ ਨੂੰ ਕੋਈ ਯਾਦ ਨਹੀਂ ਕਰ ਰਿਹਾ। ਅੱਜ ਕੀ ਵਿਸ਼ੇਸ਼ਤਾ ਹੈ, ਕੀ ਵੱਖਰਾਪਣ ਹੈ? ਇਸ ਲਈ ਕਹਿੰਦੇ ਨੇ ਸੱਚ ਤੇਰਾ ਪੈ ਸਕਾਰਿਆ। ਪੈ ਸਕਾਰਿਆ ਦਾ ਮਤਲਬ ਹੁੰਦਾ ਹੈ ਜਦੋਂ ਰਾਜਾ ਬਾਹਰ ਨਿਕਲਦਾ ਹੈ ਤੇ ਉਹਦੇ ਅੱਗੇ ਜਿਹੜੇ ਨਗਾਰਾ ਵਜਾਉਂਦੇ ਨੇ, ਕੋਈ ਬੈਂਡ ਵਾਜਾ ਵੱਜਦਾ ਹੈ, ਕੋਈ ਕੁਝ ਵੱਜਦਾ, ਉਹਨੂੰ ਕਹਿੰਦੇ ਪੈ ਸਕਾਰੇ ਨੇ ਸਾਰੇ। ਗੁਰੂ ਰਾਮਦਾਸ ਜੀ ਤੁਹਾਡੇ ਪੈ ਸਕਾਰੇ ਸੰਸਾਰੀਆਂ ਦੇ ਲੋਕਾਂ ਵਰਗੇ ਨਹੀਂ ਕਿ ਜਿੰਨਾ ਚਿਰ ਉਹ ਕੁਰਸੀ ਤੇ ਨੇ ਉਹਨਾਂ ਚਿਰ ਉਹਨਾਂ ਦੇ ਅੱਗੇ ਵਾਜੇ ਵੱਜਦੇ ਨੇ, ਹੁਣੇ ਲਾ ਦਿਓ ਗੱਡੀ ਵੀ ਖੋਹ ਲੈਣਗੇ। ਮੈਂ ਇਸ ਤਰ੍ਹਾਂ ਦੇ ਬੰਦੇ ਆਪਣੀ ਅੱਖਾਂ ਨਾਲ ਤੁਸੀਂ ਵੀ ਵੇਖੇ ਨੇ। ਗਏ ਸਨ ਬੱਤੀ ਵਾਲੀ ਗੱਡੀ ਤੇ, ਇੱਕ ਗੱਡੀ ਅੱਗੇ ਸੀ ਇੱਕ ਪਿੱਛੇ ਸੀ, ਦਰਵਾਜ਼ਾ ਖੋਲ੍ਹਣ ਵਾਲਾ ਸੀ, ਉਤਰੇ, ਤਾਰੀਖ ਸੀ ਕੋਰਟ ਵਿੱਚ ਕਿਉਂਕਿ ਕਰਤੂਤਾਂ ਨਹੀਂ ਸਨ ਚੰਗੀਆਂ ਕੀਤੀਆਂ। ਤਾਰੀਖ ਆਈ ਤੇ ਜੱਜ ਨੇ ਕਿਹਾ ਇੱਥੇ ਹੱਥ ਕੜੀ ਲਾ ਲਓ, ਇਸ ਨੂੰ ਬਾਹਰ ਨਹੀਂ ਨਿਕਲਣ ਦੇਣਾ। ਹੁਣੇ ਤੇ ਅਹੁਦਾ ਸੀ ਕੋਲ, ਸਾਰਾ ਕੁਝ ਹੈ ਸੀ, ਅਹੁਦਾ ਵੀ ਖਤਮ ਉਸੇ ਵੇਲੇ ਕਰ ਦਿੱਤਾ। ਹੱਥ ਕੜੀ ਲੱਗ ਗਈ, ਬਾਹਰ ਆਏ, ਜਿਹੜੇ ਗੱਡੀ ਤੇ ਲੈ ਕੇ ਆਏ ਸਨ ਉਹਨਾਂ ਨੇ ਘੂਰ ਕੇ ਵੇਖਿਆ, ਜੀ ਤੁਹਾਡੇ ਨਾਲ ਸਾਡਾ ਕੋਈ ਨਾਤਾ ਨਹੀਂ, ਉਹਨਾਂ ਚਿਰ ਸੋ ਜਿੰਨਾ ਚਿਰ ਤੁਸੀਂ ਪੋਸਟ ਤੇ ਸੋ ਉਹਦੇ, ਉਦੋਂ ਬਾਅਦ ਕੁਝ ਨਹੀਂ। ਹੁਣ ਚਲੋ ਉਸ ਪਿਛਲੀ ਸੀਟ ਤੇ ਦੂਸਰੀ ਗੱਡੀ ਵਿੱਚ, ਜੇਲ੍ਹ ਵਾਲੀ ਵਿੱਚ ਜਾਣਾ ਪਿਆ, ਉੱਥੇ ਹੀ ਖੋਹ ਲਿਆ ਗਿਆ। ਪਰ ਰੱਬ ਦੇ ਘਰ ਦੀ ਜਿਹੜੀ ਪੋਸਟ ਹੈ ਉਹ ਇਸ ਤਰ੍ਹਾਂ ਦੀ ਨਹੀਂ। ਉਹ ਤੇ ਸਾਧ ਸੰਗਤ ਸਰੀਰ ਵੀ ਚਲਾ ਜਾਏ ਬੰਦੇ ਦਾ, ਜਾਇਦਾਦ ਵੀ ਚਲੀ ਜਾਏ, ਜੋ ਮਰਜ਼ੀ ਚਲਾ ਜਾਏ, ਉਹਦੀ ਪੋਸਟ ਨਹੀਂ ਖੁੱਸ ਸਕਦੀ ਕਦੀ। ਤੇ ਜਿਸ ਧਾਰਮਿਕ ਬੰਦੇ ਦੀ ਪੋਸਟ ਦੇ ਨਾਲ ਉਹਦੀ ਇੱਜ਼ਤ ਘਟਦੀ ਏ, ਉਹ ਬੰਦਾ ਧਾਰਮਿਕ ਹੈ ਹੀ ਨਹੀਂ ਹੈ। ਉਹ ਕਿਤੇ ਵਿਖਾਵਾ ਕਰ ਰਿਹਾ ਸੀ। ਉਸ ਨੂੰ ਤੁਸੀਂ ਕਿਤੇ ਸੋਨੇ ਦੇ ਸਿੰਘਾਸਨ ਤੇ ਬਿਠਾ ਦਿਓ, ਉਹਦੀ ਉਸਤਤ ਤਾਂ ਵੀ ਓਨੀ ਵੱਡੀ, ਉਹਨੂੰ ਕਿਤੇ ਜ਼ਮੀਨ ਤੇ ਬਿਠਾ ਦਿਓ ਤਾਂ ਵੀ ਓਨੀ ਵੱਡੀ। ਇਹ ਗੱਲ ਵੱਖਰੀ ਏ। ਇਹ ਅੱਜ ਦੇ ਸੰਸਾਰ ਦੀ ਦ੍ਰਿਸ਼ਟੀ ਇਹ ਬਣ ਗਈ ਏ ਕਿ ਜਿਸ ਬੰਦੇ ਨੇ ਘਰ ਵੱਡਾ ਪਾਇਆ, ਜਿਹਦੇ ਕੋਲ ਸਰਕਾਰੀ ਅਹਿਲਕਾਰ ਆਉਂਦੇ ਨੇ, ਜਿਹਦੀ ਗੱਡੀ ਵੱਡੀ ਹੈ, ਜਿਹੜਾ ਟੈਲੀਵਿਜ਼ਨ ਤੇ ਆਉਂਦਾ ਹੈ, ਉਹ ਸਾਡੀ ਨਜ਼ਰ ਵਿੱਚ ਵੱਡਾ ਹੈ। ਜਿਸ ਬੰਦੇ ਕੋਲ ਇਹ ਚੀਜ਼ਾਂ ਨਹੀਂ, ਉਹਦੇ ਕੋਲ ਭਾਵੇਂ ਕੁਝ ਹੈ। ਇਹ ਨਜ਼ਰ ਸੰਸਾਰ ਦੀ ਹੈ। ਸੰਸਾਰ ਇਸ ਤਰ੍ਹਾਂ ਵੇਖਦਾ ਹੈ, ਇਸ ਦ੍ਰਿਸ਼ਟੀ ਨਾਲ ਉਹਨੂੰ ਤੋਲਦਾ ਹੈ। ਪਰ ਜਿੱਥੇ ਕਿਤੇ ਜਾ ਕੇ ਸੱਚ ਦੀ ਗੱਲ ਦੀ, ਸੱਚ ਦਾ ਤੋਲ ਹੁੰਦਾ ਹੈ, ਉੱਥੇ ਸਤਿਗੁਰੂ ਕਹਿੰਦੇ ਨੇ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਇੱਥੇ ਚੱਲੇਗਾ, ਕੋਈ ਸ਼ੱਕ ਨਹੀਂ। ਉਹ ਵੀ ਥੋੜੇ ਦਿਨਾਂ ਤੱਕ ਉਹ ਸਵਾਰੇਗਾ ਵੀ ਕੁਝ ਨਹੀਂ ਸੰਸਾਰ ਦਾ, ਕੋਈ ਫਰਕ ਨਹੀਂ ਪੈਗਾ। ਅਸੀਂ ਕਹਿੰਦੇ ਹਾਂ ਬੜਾ ਕੁਝ ਹੋ ਰਿਹਾ ਜੀ, ਫਰਕ ਕੋਈ ਨਹੀਂ ਪੈ ਰਿਹਾ। ਕਰ ਕੌਣ ਰਿਹਾ ਹੈ? ਫਰਕ ਨਹੀਂ ਪਏਗਾ, ਕਿਉਂਕਿ ਫਰਕ ਕਿਵੇਂ ਪੈ ਸਕਦਾ ਹੈ? ਪਹਿਲਾਂ ਹੀ ਫਰਕ ਹੈ ਅੰਦਰ। ਫਰਕ ਤਾਂ ਪਵੇ ਜੇ ਪਹਿਲਾਂ ਫਰਕ ਨਾ ਹੋਵੇ ਵਿੱਚ ਮੰਨਦੇ। ਤਾਂ ਇਸ ਤਰ੍ਹਾਂ ਸਾਧ ਸੰਗਤ
ਜਿਵੇਂ ਕਿ ਸਤਿਗੁਰੂ ਕਹਿ ਰਹੇ ਨੇ, ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ। ਉਹਨਾਂ ਦੀ ਇੱਕ ਕਰਾਮਾਤ ਜ਼ਿੰਦਗੀ ਵਿੱਚ ਆਈ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਸ਼ਰਨੀ ਕੌਣ ਪੈਂਦਾ ਗੁਰੂ ਦੀ ਪੂਰੇ ਦੀ, ਉਹਨਾਂ ਚਿਰ ਬੰਦਾ ਸ਼ਰਨ ਵਿੱਚ ਨਹੀਂ ਪਵੇਗਾ। ਜਿੰਨਾ ਚਿਰ ਵਿਸ਼ਵਾਸ ਉਹਨਾਂ ਚਿਰ ਡੂੰਘਾ ਨਹੀਂ ਹੋਵੇਗਾ। ਇਸ ਲਈ ਸਿੱਖ ਆਪਣੇ ਗੁਰੂ ਨੂੰ ਕਹਿੰਦਾ, ਮੈਂ ਇੱਕ ਪੁਲਾਂਘ ਤੇ ਤੇਰੇ ਤੱਕ ਆ ਗਿਆ, ਤੇਰੇ ਚਰਨਾਂ ਤੱਕ ਆਇਆ, ਅਜੇ ਮੈਂ ਸੰਪੂਰਨ ਵਿਸ਼ਵਾਸ ਕਰਕੇ ਤੇਰੀ ਸ਼ਰਨ ਵਿੱਚ ਨਹੀਂ ਆ ਸਕਿਆ। ਪੁੱਛਿਆ ਕਿਉਂ ਨਹੀਂ ਆ ਸਕਿਆ? ਤਾਂ ਨਹੀਂ ਆਇਆ, ਹੁਣ ਕੁਝ ਮੈਨੂੰ ਕਰਕੇ ਦਿਖਾ ਮੇਰੀ ਜ਼ਿੰਦਗੀ ਵਿੱਚ। ਉਹ ਕਰਕੇ ਵਿਖਾ ਜੋ ਮੈਂ ਸੋਚਣਾ ਨਹੀਂ ਹੋ ਸਕਦਾ, ਉਹ ਕਰਕੇ ਵਿਖਾ ਦੇ। ਤੇ ਫਿਰ ਗੁਰੂ ਉਹਨੂੰ ਕਰਕੇ ਦਿਖਾਉਂਦਾ ਹੈ ਕਈ ਤਰੀਕਿਆਂ ਨਾਲ। ਇਸ ਤਰ੍ਹਾਂ ਦੀਆਂ ਗੱਲਾਂ ਅੰਦਰੋਂ ਅੰਦਰ ਹੀ ਵਰਤਾ ਦਿੰਦਾ ਹੈ ਕਿ ਉਹ ਦੇਖ ਕੇ ਹੈਰਾਨ ਹੋ ਜਾਂਦਾ ਵੀ ਹੈ ਗੁਰੂ ਵਿੱਚ ਗੱਲ, ਹੈ ਸ਼ਕਤੀ ਬਾਣੀ ਦੇ ਵਿੱਚ, ਕਰ ਸਕਦੀ ਹੈ ਹਰਾ ਸੁੱਕੇ ਹੋਏ ਰੁੱਖ ਨੂੰ, ਪਾ ਸਕਦੀ ਹੈ ਸਵਾਸ ਸਰੀਰ ਦੇ ਵਿੱਚ, ਜੀਵਨ ਦੇ ਸਕਦੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ, ਹਾਲਾਂਕਿ ਗੁਰੂ ਇਹਨੂੰ ਵਰਤਾਉਣਾ ਨਹੀਂ ਚਾਹੁੰਦੇ, ਇਹ ਮਜਬੂਰੀ ਹੈ ਪੂਰੇ ਗੁਰੂ ਦੀ। ਪੂਰਾ ਗੁਰੂ ਤੇ ਇਸ ਤਰ੍ਹਾਂ ਰਹਿਣਾ ਚਾਹੁੰਦਾ ਹੈ ਜਿਵੇਂ ਆਮ ਬੰਦਾ ਸਾਧ ਸੰਗਤ ਸੰਸਾਰ ਦੇ ਵਿੱਚ ਕੰਮ ਕਰ ਰਿਹਾ ਹੈ। ਪੂਰਾ ਗੁਰੂ ਇਸ ਤਰ੍ਹਾਂ ਜਿਉਣਾ ਚਾਹੁੰਦਾ ਹੈ। ਸੰਸਾਰ ਮੰਨਦਾ ਹੀ ਨਹੀਂ, ਕੀ ਕਰੇ, ਗੁਰੂ ਨੂੰ ਕੁਝ ਨਾ ਕੁਝ ਕਰਨਾ ਪੈਂਦਾ। ਸੱਚ ਜਾਣੋ, ਗੁਰੂ ਸਾਹਿਬ ਤੇ ਇਹ ਵੀ ਨਹੀਂ ਸਨ ਚਾਹੁੰਦੇ ਸਾਡੇ ਉੱਤੇ ਚੰਦੋਵਾ ਲੱਗ ਜਾਏ, ਸਾਡੇ ਪਿੱਛੇ ਇੱਕ ਬੰਦਾ ਚੌਰ ਲੈ ਕੇ ਖੜਾ ਹੋਵੇ, ਚੌਰ ਕਰੇ। ਜਿੱਥੋਂ ਤੱਕ ਮੈਂ ਪੜ੍ਹਿਆ, ਕਿਸੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਚੰਦੋਵਾ ਕੋਈ ਨਹੀਂ ਸਨ ਲਾਉਂਦੇ, ਚੌਰ ਨਹੀਂ ਸਨ ਕਰਦੇ, ਪਰ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਜਿੱਦਣ ਬਿਠਾਇਆ ਨਾ, ਉਦਣ ਕਿਹਾ ਵੀ ਚੌਰ ਕਰੋ, ਉੱਤੇ ਚੰਦੋਵਾ ਵੀ ਲਾਓ। ਪੁੱਛਿਆ ਮਹਾਰਾਜ ਕਿਉਂ? ਕਹਿੰਦੇ ਮੈਨੂੰ ਤੇ ਇਹਨਾਂ ਨੇ ਵੇਖਿਆ, ਇਹ ਵਿਸ਼ਵਾਸ ਕਰਦੇ ਨੇ, ਲੈਣਿਆ ਤੇਰੇ ਤੇ ਵਿਸ਼ਵਾਸ, ਸੰਸਾਰ ਵਿਸ਼ਵਾਸ ਵਿਖਾਵਿਆਂ ਤੇ ਕਰਦਾ ਹੈ, ਅਸਲੀਅਤ ਤੇ ਘੱਟ ਕਰਦਾ, ਇਸ ਕਰਕੇ ਕਰਨਾ ਹੀ ਪਏਗਾ। ਕਈ ਵਾਰੀ ਸਿੱਧੇ ਸਾਦੇ ਧਾਰਮਿਕ ਫਕੀਰ ਨੂੰ ਇਹਨਾਂ ਚੀਜ਼ਾਂ ਦੀ ਮਜਬੂਰਨ ਵਰਤੋਂ ਕਰਨੀ ਪੈਂਦੀ। ਕਰੇ ਕੀ, ਬੰਦਾ ਗੱਲ ਹੀ ਨਹੀਂ ਸੁਣਦਾ ਕੋਈ। ਗੁਰੂ ਸਾਹਿਬ ਨੂੰ ਜ਼ਰੂਰਤ ਨਹੀਂ ਸੀ ਕਿ ਮੱਕੇ ਨੂੰ ਫੇਰ ਦਿੰਦੇ, ਕਿਉਂ ਫੇਰਨ ਦੀ ਲੋੜ ਸੀ? ਕੀ ਜ਼ਰੂਰਤ ਪੈ ਗਈ? ਜਿੱਥੇ ਮੱਕਾ ਆਇਆ ਸੀ ਠੀਕ ਸੀ। ਨਾਲੇ ਉਹਦੇ ਫੇਰਨ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕੀ ਪ੍ਰਾਪਤੀ ਹੋਣੀ ਸੀ? ਲੋੜ ਨਹੀਂ ਸੀ, ਲੋੜ ਨਹੀਂ ਸੀ, ਮਜਬੂਰੀ ਸੀ। ਮਜਬੂਰੀ ਇਹ ਸੀ, ਜਿਹੜੇ ਉੱਥੇ ਲੋਕ ਸਨ ਉਹਨਾਂ ਨੇ ਗੱਲ ਹੀ ਤਾਂ ਸੁਣਨੀ ਸੀ ਜੇ ਮੱਕਾ ਫਿਰਦਾ, ਨਹੀਂ ਤੇ ਕੌਣ ਸੁਣਦਾ ਗੱਲ? ਉਹਨਾਂ ਕਹਿਣਾ ਸੀ ਪਹਿਲਾਂ ਵੀ ਆਇਆ ਸੀ 1000 ਫਕੀਰ, ਇੱਕ ਹੋਰ ਆ ਗਿਆ, ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਹੈ। ਤਾਂ ਉਹਨਾਂ ਨੂੰ ਇਹ ਕਰਨਾ ਪੈਂਦਾ ਹੈ। ਅਗਲੇ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਨੇ ਵੀ ਕਿਤੇ ਲਾਇਆ, ਕਿਤੇ ਇਹ ਨਾ ਸੋਚਣਾ ਵੀ, ਕਿਉਂਕਿ ਸਾਡੇ ਵਿੱਚ ਵਾਦ ਵਿਵਾਦ ਲਾ ਸਕਦੇ ਨੇ ਗੁਰੂ ਨਾਨਕ ਸਾਹਿਬ ਵੀ, ਮਜਬੂਰੀ ਸੀ ਉਹਨਾਂ ਦੀ ਕਿ ਚੰਗੇ ਚੰਦੋਵਾ ਲਾਉਣਾ, ਚੌਰ ਸਾਹਿਬ ਅੱਗੇ ਨਗਾਰਾ ਵੱਜੇ, ਉੱਤੇ ਕਲਗੀਆਂ ਲੱਗੀਆਂ ਹੋਣ, ਕਿਉਂਕਿ ਲੋਕ ਵੇਖਣਗੇ ਦੇਖੋ ਕਲਗੀ ਬਹੁਤ ਵਧੀਆ। ਕਿਉਂਕਿ ਸੰਸਾਰ ਦੇ ਲੋਕ ਗੁਰੂ ਦੇ ਕੱਪੜੇ ਬਹੁਤੇ ਦੇਖਦੇ ਨੇ, ਗੁਰੂ ਨੂੰ ਘੱਟ ਵੇਖਦੇ ਨੇ, ਗੁਰੂ ਕੇ ਸ਼ਬਦ ਨੂੰ ਬੜਾ ਘੱਟ ਸੁਣਦੇ ਨੇ। ਇਸ ਕਰਕੇ ਚੀਜ਼ਾਂ ਵਿੱਚ ਲਿਆਉਣੀਆਂ ਪਈਆਂ ਕਿ ਕਲਗੀ ਵਹਿੰਦਿਆਂ ਵਹਿੰਦਿਆਂ ਕਿਤੇ ਸਿੱਖ ਜਾਪ ਸਾਹਿਬ ਤੱਕ ਚਲਾ ਜਾਏ, ਕਿਤੇ ਆ ਜਾ ਨੇੜੇ ਗੁਰੂ ਦੇ। ਪਰ ਤੁਸੀਂ ਵੇਖੋਗੇ ਕਿੰਨੇ ਗੀਤ ਬਣਾਏ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਗੀ ਦੇ ਉੱਤੇ, ਕਿੰਨੇ ਗੀਤ ਬਣਾਏ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਧ ਸੰਗਤ ਤੀਰ ਤੇ, ਬਾਜ ਤੇ, ਘੋੜੇ ਤੇ। ਸੁਣੇ ਹੋਣਗੇ ਤੁਸੀਂ ਗੁਰਪੁਰਬ ਦੇ ਦਿਨਾਂ ਵਿੱਚ। ਘੋੜੇ ਤੇ ਬੜੇ ਬਣਾਏ ਨੇ, ਤੀਰ ਤੇ, ਬਾਜ ਤੇ ਬੜੇ ਬਣਾਏ ਨੇ, ਉਸ ਥਾਂ ਤੇ ਵੀ ਬੜੇ ਬਣਾਏ ਜਿੱਥੇ ਰਹਿੰਦੇ, ਜਿੱਥੇ ਜਿੱਥੇ ਉਹਨਾਂ ਚਰਨ ਰੱਖੇ। ਪਰ ਬੜੇ ਘੱਟ ਗੀਤ ਗਾਏ ਗਏ। ਜੋ ਕੁਝ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਸਨਾ ਤੋਂ ਨਿਕਲੀ ਬਾਣੀ, ਉਹਨੂੰ ਬੜਾ ਘੱਟ ਗਾਇਆ ਗਿਆ, ਉਹਨੂੰ ਬੜਾ ਘੱਟ ਸਾਹਮਣੇ ਲਿਆਂਦਾ ਗਿਆ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਸ਼ਰਨ ਵਿੱਚ ਸਿੱਖ ਆਇਆ, ਉਹਨੇ ਫਿਰ ਗੁਰੂ ਕੋਲੋਂ ਇਹ ਦਾਤ ਮੰਗੀ ਕਿ ਮੈਨੂੰ ਕੁਝ ਦਿਖਾਏਗਾ ਤੇ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਭਰੋਸਾ ਆਏਗਾ। ਤੁਸੀਂ ਸੁਣਿਆ ਹੋਣਾ ਗੁਰੂ ਨਾਨਕ ਸਾਹਿਬ ਦੇ
ਜੀਵਨ ਦੇ ਵਿੱਚ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਵਿੱਚ ਕਿੰਨੀਆਂ ਕੁ ਘਟਨਾਵਾਂ ਵਾਪਰੀਆਂ ਜਿਹੜੀਆਂ ਅਸੀਮ ਸਨ, ਜਿਹੜੀਆਂ ਨਾ ਦਿਸਣ ਵਾਲੀਆਂ ਸਨ, ਜਿਹੜੀਆਂ ਨਾ ਮੰਨਣ ਵਾਲੀਆਂ ਸਨ। ਅੱਜ ਤੱਕ ਨਹੀਂ ਲੋਕ ਮੰਨਦੇ, ਅੱਜ ਕਿਵੇਂ ਮੰਨਣਗੇ? ਉਦੋਂ ਨਹੀਂ ਸਨ ਮੰਨਦੇ। ਜਿਨ੍ਹਾਂ ਨਾਲ ਵਾਪਰੀ ਉਹਨਾਂ ਨੇ ਮੰਨੀ, ਦੂਸਰਾ ਮੰਨਣ ਤੋਂ ਇਨਕਾਰੀ ਹੋ ਗਿਆ, ਕੋਲ ਬੈਠਾ ਨਹੀਂ ਮੰਨ ਸਕਿਆ। ਇਹ ਨਾ ਸੋਚਣਾ ਵੀ ਅੱਜ ਕੋਈ ਨਹੀਂ ਮੰਨਦਾ ਕਿ ਸੱਪ ਨੇ ਛਾਂ ਕੀਤੀ ਸੀ ਕੋਈ ਨਹੀਂ ਮੰਨਦਾ, ਜਾਂ ਮੱਕਾ ਫਿਰਿਆ ਸੀ ਕੋਈ ਨਹੀਂ ਮੰਨਦਾ, ਜਾਂ ਰਾਏ ਬੁਲਾਰ ਨੇ ਵੇਖਿਆ ਵੀ ਗੁਰੂ ਨਾਨਕ ਦੇਵ ਜੀ ਜਿਸ ਰੁੱਖ ਦੇ ਥੱਲੇ ਸਨ ਉਹਦੀ ਛਾਂ ਖਲੋ ਗਈ। ਇਹ ਨਹੀਂ ਕਿ ਅੱਜ ਨਹੀਂ ਲੋਕ ਮੰਨਦੇ, ਕੋਲ ਖੜੇ ਲੋਕ ਨਹੀਂ ਸਨ ਮੰਨਦੇ ਉਦੋਂ ਵੀ, ਕਿਉਂਕਿ ਇਹ ਜਦੋਂ ਕੁਝ ਵਾਪਰਦਾ ਹੈ ਇਹ ਸਾਖੀ ਪਰਥਾਏ ਮਹਾਂਪੁਰਖ ਬੋਲਦੇ। ਇਹ ਕਿਸੇ ਪਰਥਾਏ ਹੁੰਦੀ, ਕਿਸੇ ਸਰੀਰ ਨੂੰ ਦਿਖਾਇਆ ਜਾਂਦਾ ਹੈ ਵੀ ਦੇਖ ਰਾਏ ਬੁਲਾਰ ਨੂੰ ਦਿਸੀ ਛਾਂ ਰੁਕੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜਿਸ ਰੁੱਖ ਦੇ ਥੱਲੇ ਬੈਠੇ ਨੇ, ਬਾਕੀਆਂ ਰੁੱਖਾਂ ਦੀ ਛਾਂ ਉਸੇ ਤਰ੍ਹਾਂ ਗਈ, ਉਸ ਕੱਲੇ ਰੁੱਖ ਦੀ ਰੁਕੀ ਹੋਈ। ਧਿਆਨ ਦਿਓ, ਕੱਲੇ ਰੁੱਖ ਦੀ ਛਾਂ ਰੁਕੀ ਹੋਈ, ਬਾਕੀਆਂ ਦੇ ਉੱਥੇ ਹੀ ਖੜੇ ਰਹੇ। ਤੇ ਜਿਹੜੇ ਨਾਲ ਦੇ ਸਨ, ਰਾਏ ਬੁਲਾਰ ਦੇ ਨਾਲ ਸਨ, ਉਹਨਾਂ ਦੀ ਸਾਧ ਸੰਗਤ ਉਹਨਾਂ ਨੂੰ ਪੁੱਛਦਾ, ਤੁਸੀਂ ਇੱਕ ਹੈਰਾਨੀਜਨਕ ਕਾਂਡ ਵੇਖਿਆ? ਕਹਿੰਦੇ ਕੀ? ਰਾਏ ਬੁਲਾਰ ਦੇ ਨਾਲ ਸਿਪਾਹੀ ਸਨ ਜਿਹੜੇ, ਕਹਿੰਦੇ ਕੀ ਦੇਖਿਆ? ਕਹਿੰਦੇ ਉਹ ਦੇਖੋ ਗੁਰੂ ਨਾਨਕ ਦੇਵ ਜਿਸ ਰੁੱਖ ਦੇ ਥੱਲੇ ਬੈਠੇ ਉਹਦੀ ਛਾਂ ਰੁਕੀ ਹੋਈ, ਉੱਥੇ ਹੀ ਖੜੀ ਹੈ। ਉਹਨਾਂ ਨੇ ਕਿਹਾ ਸਾਨੂੰ ਤਾਂ ਨਹੀਂ ਦਿਸਦਾ ਰੁਕੀ ਹੋਈ, ਕੋਲ ਵਾਲਿਆਂ ਨੂੰ ਵੀ ਨਹੀਂ ਦਿਸੀ, ਅੱਜ ਵਾਲਿਆਂ ਨੂੰ ਕਿਵੇਂ ਦਿਸੇਗੀ? ਇਸ ਕਰਕੇ ਇਹਨਾਂ ਚੀਜ਼ਾਂ ਦੇ ਕਦੀ ਫੈਸਲੇ ਨਹੀਂ ਹੁੰਦੇ, ਨਾ ਹੋਣਗੇ। ਜਿਹਦੇ ਨਾਲ ਵਾਪਰਦਾ ਹੈ, ਜਿਹਦੇ ਨਾਲ ਇਹ ਘਟਨਾ ਘਟਦੀ ਏ, ਸਿਰਫ ਉਹ ਹੀ ਇਸ ਚੀਜ਼ ਨੂੰ ਜਾਣਦਾ ਹੈ। ਇਸ ਕਰਕੇ ਵਿਸ਼ਵਾਸ ਸਿਰਫ ਉਹਨਾਂ ਲੋਕਾਂ ਨੂੰ ਆਇਆ ਜਿਨ੍ਹਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਕਿ ਮੇਰੇ ਜੀਵਨ ਦੇ ਵਿੱਚ ਕੁਝ ਵਾਪਰੇਗਾ, ਮੈਂ ਉਹਨੂੰ ਦੇਖ ਕੇ ਤੈਨੂੰ ਪੂਰੀ ਤਰ੍ਹਾਂ ਮੰਨਾਂਗਾ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਜਦੋਂ ਮੈਂ ਕੁਝ ਦੇਖ ਲਵਾਂਗਾ ਉਦੋਂ ਮੇਰੇ ਜੀਵਨ ਵਿੱਚ ਧੀਰਜ ਆਏਗੀ। ਉਹਦੇ ਤੋਂ ਪਹਿਲਾਂ ਤੇ ਮੈਂ ਤੈਨੂੰ ਮੰਨ ਕੇ ਗਾਈ ਜਾ ਰਿਹਾ, ਸਿਰਫ ਮੰਨ ਕੇ। ਤਉ ਜਨ ਧੀਰਜ ਪਾਵਾ, ਨਾਦ ਸਮਾਏ ਲੋਰੇ, ਸਤਿਗੁਰ ਭੇਟੁਲੇ ਦੇਵਾ। ਇਸ ਲਈ ਇੱਕ ਤੇ ਇਹ ਰਸਤਾ ਵਿਸ਼ਵਾਸ ਕਰਨ ਦਾ, ਬਈ ਗੁਰੂ ਕੁਝ ਸਿੱਖ ਨੂੰ ਵਿਖਾਏ ਫਿਰ ਸਿੱਖ ਵਿਸ਼ਵਾਸ ਕਰਦਾ ਹੈ। ਜੇ ਨਹੀਂ ਦਿਖਾਉਂਦਾ ਤੇ ਉਹਨਾਂ ਚਿਰ ਅੰਦਰ ਹਿੱਲਦਾ ਰਹਿੰਦਾ, ਉਹਨਾਂ ਚਿਰ ਉਹ ਸ਼ਰਨ ਵਿੱਚ ਨਹੀਂ ਪੈਂਦਾ, ਨਾ ਉਹ ਅਰਦਾਸ ਕਰ ਸਕਦਾ। ਇੱਕ ਦੂਸਰਾ ਰਸਤਾ ਹੈ, ਉਹ ਸੌਖਾ ਹੈ ਬਹੁਤ, ਕਿਉਂਕਿ ਜਿਹੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਨਾ, ਕਿਰਪਾ ਹੈ, ਉਹ ਸਾਰਿਆਂ ਸਰੀਰਾਂ ਦੇ ਉੱਤੇ ਵਰਤ ਨਹੀਂ ਸਕਦੀ। ਖਿਆਲ ਰੱਖਣਾ, ਉਹ ਉਹਦੇ ਯੋਗ ਨਹੀਂ ਹੁੰਦੇ। ਅਸੀਂ ਕਹਿੰਦੇ ਹਾਂ ਸਾਡੇ ਸਾਰਿਆਂ, ਸਾਨੂੰ ਦਿਖਾ ਤੇ ਸਹੀ ਕੁਝ, ਦੇਖਣ ਦੀ ਅਜੇ ਸਾਡੇ ਕੋਲ ਉਹ ਜਿਹੜਾ ਸਿਸਟਮ ਹੈ ਗੁਰੂ ਦਾ ਦਿਖਾਉਣ ਦਾ, ਉਹਦੇ ਸਾਡੇ ਨਾਲ ਸੰਪਰਕ ਨਹੀਂ ਹੁੰਦੇ, ਸੰਬੰਧ ਨਹੀਂ ਜੁੜਦੇ। ਕਿਵੇਂ ਦਿਖਾਵੇ? ਅਸੀਂ ਉਹਨੇ ਅਜੇ ਸਮਰੱਥ ਨਹੀਂ ਹੋਏ, ਇਸ ਲਈ ਸਾਰਿਆਂ ਨੂੰ ਦਿਖਾ ਹੀ ਨਹੀਂ ਸਕਦਾ। ਗੁਰੂ ਸਾਹਿਬ ਨੇ ਇੱਕ ਦੂਸਰਾ ਤਰੀਕਾ ਫਿਰ ਦੱਸਿਆ। ਉਹ ਤਰੀਕਾ ਕੀ ਸੀ ਕਿ ਤੂੰ ਸੰਗਤ ਕਰ ਇਸ ਮਾਰਗ ਤੇ ਤੁਰਨ ਵਾਲਿਆਂ ਦੀ, ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਵਾਪਰਿਆ ਉਹ ਤੇਰੇ ਵਿਸ਼ਵਾਸ ਦੇ ਰਸਤੇ ਵਿੱਚ ਸਹਾਈ ਹੋਵੇਗਾ। ਉਹਨਾਂ ਦੀ ਸੰਗਤ ਕੀਤੀ, ਜਿੰਨੇ ਵੀ ਭਗਤ ਹੋਏ ਨੇ ਸਾਰਿਆਂ ਨੇ ਉਹਨਾਂ ਦੀ ਸੰਗਤ ਕੀਤੀ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਾਪਰਿਆ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕਿਰਪਾ ਆਈ, ਉਹਨਾਂ ਦੀ ਸੰਗਤ ਕੀਤੀ। ਆ ਇੱਕ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ, ਉਹਦੇ ਵਿੱਚ ਇੱਕ ਭਗਤ ਬਾਰੇ ਕਹਿੰਦੇ ਕਿ ਭਗਤ ਧੰਨਾ ਭਗਤੀ ਕਿਉਂ ਕਰਨ ਲੱਗਾ। ਭਗਤ ਧੰਨੇ ਨੂੰ ਵਿਸ਼ਵਾਸ ਕਿਵੇਂ ਆਇਆ ਪਰਮਾਤਮਾ ਤੇ? ਸਿੱਧਾ ਨਹੀਂ ਆ ਗਿਆ, ਸਿੱਧਾ ਤੇ ਕੁਝ ਉਹਨੇ ਦੇਖੇ ਨਹੀਂ ਸੀ, ਉਹ ਤੇ ਬਾਅਦ ਵਿੱਚ ਵਾਪਰਿਆ ਸਾਰਾ ਕੁਝ। ਵੀ ਧੰਨਾ ਗਊ ਚਰਾਵਣ ਆਵੇ, ਉਹਦੀ ਗਊਆਂ ਚਾਰਦਾ ਫਿਰਦਾ ਰੱਬ, ਉਹਦਾ ਖੂਹ ਗੇੜਦਾ ਹੈ। ਉਹਨੇ ਪਹਿਲਾਂ ਕੁਝ ਲੋਕਾਂ ਦਾ ਜੀਵਨ ਦੇਖਿਆ, ਦੇਖ ਕੇ ਵਿਸ਼ਵਾਸ ਡੂੰਘਾ ਹੋ ਗਿਆ ਤੇ ਸ਼ਰਨ ਵਿੱਚ ਪੈ ਗਿਆ। ਸ਼ਰਨ ਵਿੱਚ ਪਿਆ ਤੇ ਪ੍ਰਭੂ ਦੀ ਕਿਰਪਾ ਹੋ ਗਈ। ਉਹਨੇ ਪਹਿਲਾਂ 4 ਭਗਤਾਂ ਬਾਰੇ ਸੁਣਿਆ ਸੀ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਕੀ ਵਾਪਰਿਆ। ਪਹਿਲੇ ਭਗਤ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਕਰਦੇ ਨੇ ਕਿ ਨਾਮਦੇਵ ਜੀ ਬਾਰੇ
ਧੰਨੇ ਨੇ ਸੁਣਿਆ ਕਿ ਨਾਮਦੇਵ ਦੀ ਪ੍ਰੀਤ ਲੱਗੀ, ਆੜ ਦਾਮ ਕੋ ਛੀਪ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਖੀਨਾ। ਇਹ ਧੰਨੇ ਨੇ ਸੁਣਿਆ। ਇੱਕ ਨਾਮਦੇਵ ਵਿਚਾਰਾ ਕੱਪੜੇ ਗੰਢਦਾ ਸੀਂਦਾ ਸੀ, ਕੱਪੜੇ ਰੰਗਦਾ ਸੀ, ਸਿੱਧਾ ਸਾਦਾ ਆਦਮੀ ਸੀ, ਕੋਈ ਰੁਦਰਾਕਸ਼ ਦੀ ਮਾਲਾ ਨਹੀਂ ਸੀ ਉਹਦੇ ਕੋਲ, ਕੋਈ ਉਹਦੇ ਕੋਲ ਇੱਧਰ ਉੱਧਰ ਦਾ ਸਮਾਨ ਨਹੀਂ ਸੀ, ਕੁਝ ਵੀ ਨਹੀਂ ਮਿਲਦਾ ਉੱਥੋਂ। ਜਿੱਥੇ ਨਾਮਦੇਵ, ਜਿੱਥੇ ਕਬੀਰ ਜੀ, ਜਿੱਥੇ ਰਵਿਦਾਸ ਜੀ ਨੇ, ਆਹ ਸਾਜੋ ਸਮਾਨ ਕੋਈ ਨਹੀਂ ਪਿਆ ਹੋਇਆ। ਉੱਥੇ ਜਾ ਕੇ ਦੇਖ ਲਈਏ, ਕੁਝ ਵੀ ਨਹੀਂ ਉੱਥੇ, ਬਿਲਕੁਲ ਖਾਲੀ ਨੇ। ਸਿੱਧੇ ਸਾਦੇ ਆਦਮੀ, ਸਿੱਧੀ ਦੁਕਾਨ ਹੈ। ਰਵਿਦਾਸ ਜੀ ਦਾ ਇਤਿਹਾਸ ਖੋਜਣ ਜਾਓ ਤੇ ਉੱਥੋਂ ਕੀ ਮਿਲੇਗੀ? ਜੁੱਤੀ ਗੰਢਣ ਵਾਲਾ ਉਹ ਜਿਹੜੀ ਰੰਬੀ ਹੈ, ਉਹ ਸੂਆ ਮਿਲੇਗਾ, ਧਾਗਾ ਪਿਆ ਹੋਵੇਗਾ, ਹੋਰ ਕੀ ਉਸ ਥਾਂ ਤੇ? ਕੁਝ ਵੀ ਨਹੀਂ ਹੈ। ਇਹ ਤਾਂ ਫਿਰ ਬਾਅਦ ਵਿੱਚ ਜੋੜ ਲਿਆ ਬ੍ਰਾਹਮਣਾਂ ਨੇ ਜੀ। ਰਵਿਦਾਸ ਜੀ ਪਹਿਲੇ ਜਨਮ ਵਿੱਚ ਇਹ ਸੀ, ਫਿਰ ਇਹ ਹੋਇਆ, ਸਾਰਾ ਕੁਝ ਇਹ ਇਕੱਠਾ ਕਰ ਲਿਆ ਗਿਆ। ਸਿੱਧਾ ਸਾਦੇ ਆਦਮੀ ਸਨ, ਬਿਲਕੁਲ ਬੰਦਗੀ ਕੀਤੀ ਸਿੱਧੇ ਮਨ ਨਾਲ। ਭਗਤ ਨਾਮਦੇਵ ਕੋਲ ਕੀ ਸੀ? ਜ਼ਿਆਦਾ ਤੋਂ ਜ਼ਿਆਦਾ ਕੱਪੜੇ ਰੰਗਣ ਵਾਲਾ ਇੱਕ ਮੱਟ ਹੋਵੇਗਾ, ਭਾਂਡਾ ਹੋਵੇਗਾ, ਰੰਗ ਵਾਲੀਆਂ ਪੁੜੀਆਂ ਹੋਣਗੀਆਂ, ਉਹ ਹੀ ਸੀ ਬਸ। ਪਰ ਉਹਨਾਂ ਕੋਲ ਇੱਕ ਵਿਸ਼ੇਸ਼ ਵਸਤੂ ਸੀ, ਉਹ ਸੀ ਰੱਬ ਦੀ ਨਿਰੰਤਰ ਯਾਦ ਤੇ ਉਹ ਸਾਫ ਸੁਥਰਾ ਮਨ ਜਿਹਦੇ ਨਾਲ ਉਹ ਯਾਦ ਕਰ ਰਹੇ ਸਨ। ਦੋ ਚੀਜ਼ਾਂ ਸਨ। ਯਾਦ ਇਕੱਲੀ ਨਹੀਂ ਟਿਕ ਸਕਦੀ, ਉਹਨੂੰ ਪਕੜਨ ਵਾਲਾ ਮਨ ਹੀ ਖਰਾਬ ਹੈ, ਯੰਤਰ ਖਰਾਬ ਹੈ। ਕਦੀ ਖਿਆਲ ਕਰੋ, ਤੁਰਨਾ ਕਿਵੇਂ ਠੀਕ ਹੋ ਸਕਦਾ ਜੇ ਪੈਰ ਠੀਕ ਨਹੀਂ ਤਾਂ? ਬੰਦੇ ਦੇ ਪੈਰ ਠੀਕ ਨਹੀਂ, ਤੁਰੇਗਾ ਕਿਵੇਂ ਸਿੱਧਾ? ਪੈਰ ਹੈਣ ਤੇ ਤੁਰਨਾ ਹੈ। ਵਸਤੂ ਨੂੰ ਪਕੜੇਗਾ ਕਿਵੇਂ ਜੇ ਹੱਥ ਠੀਕ ਨਹੀਂ ਤੇ? ਪਕੜੀ ਨਹੀਂ ਜਾਏਗੀ। ਵੇਖੇਗਾ ਕਿਵੇਂ ਜੇ ਅੱਖ ਨਹੀਂ? ਸੁਣੇਗਾ ਕਿਵੇਂ ਕੰਨਾਂ ਤੋਂ ਬਿਨਾਂ? ਬੋਲੇਗਾ ਕਿਵੇਂ ਜੇ ਬੋਲ ਨਹੀਂ, ਰਸਨਾ ਨਹੀਂ? ਤੇ ਪਰਮਾਤਮਾ ਨੂੰ ਯਾਦ ਕਰੇਗਾ ਕਿਵੇਂ ਜੇ ਸੁਰਤ ਹੀ ਠੀਕ ਨਹੀਂ ਹੈ? ਤੇ ਸੁਰਤ ਠੀਕ ਨਹੀਂ, ਮਨ ਠੀਕ ਨਹੀਂ, ਉਹ ਅੰਗ ਖਰਾਬ ਹੈ ਜਿਨਨੇ ਉੱਥੇ ਕਾਰਜ ਕਰਨਾ ਹੈ, ਉਸ ਦੁਨੀਆ ਵਿੱਚ ਵਿਚਰਨਾ ਹੈ। ਉਹ ਵਸਤੂ ਤਾਂ ਅਜੇ ਸ਼ੁੱਧ ਨਹੀਂ। ਇਸ ਕਰਕੇ ਪਹਿਲਾਂ ਉਸ ਵਸਤੂ ਨੂੰ ਸ਼ੁੱਧ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਜਿਨਨੇ ਨਾਮ ਨੂੰ ਪਕੜਨਾ ਹੈ, ਜਿਨਨੇ ਨਾਮ ਦੀ ਦੁਨੀਆ ਵਿੱਚ ਕੰਮ ਕਰਨਾ ਹੈ, ਪਹਿਲਾਂ ਨਾਮ ਉਹਨੂੰ ਸੋਧਦਾ, ਸਿੱਧਾ ਕਰਦਾ, ਮੈਲ ਰਹਿਤ ਕਰਦਾ। ਉਹ ਤੇ ਉਸ ਤਰ੍ਹਾਂ ਦੀ ਹੈ ਹੀ ਨਹੀਂ, ਚਲਾਕੀਆਂ ਨਾਲ, ਫਰੇਬੀਆਂ ਨਾਲ ਭਰੀ ਹੋਈ ਹੈ, ਵਿਖਾਵੇ ਵਿੱਚ ਫਸੀ ਹੋਈ ਹੈ। ਉਹ ਕਿਵੇਂ ਨਾਮ ਨੂੰ ਪਕੜੇਗੀ? ਇਸ ਕਰਕੇ ਉਹ ਜਿਹੜੇ ਲੋਕ ਸਨ, ਉਹਨਾਂ ਦੇ ਕੋਲ ਇੱਕ ਸਿੱਧਾ ਸਾਦਾ ਸਾਫ਼ ਸਾਧਨ ਸੀ, ਇੱਕ ਸ਼ੁੱਧ ਸੁਰਤ, ਇੱਕ ਸ਼ੁੱਧ ਮਨ, ਬਹੁਤ ਵਧੀਆ ਚੀਜ਼ ਸੀ। ਇੱਕ ਦਿਨ ਬੰਦੇ ਦਾ ਹੱਥ ਕੰਮ ਨਾ ਕਰੇ, ਕਿਤੇ ਹੱਡੀ ਪਸਲੀ ਅੱਗੇ ਪਿੱਛੇ ਹੋ ਜਾਏ, ਯਤਨ ਕਰਦਾ ਇਹਨੂੰ ਪਹਿਲਾਂ ਸਿੱਧਾ ਕਰਾ ਕੇ ਪੱਟੀ ਬੰਨ੍ਹ ਕੇ ਠੀਕ ਕਰਾਂ, ਉਹਨਾਂ ਚਿਰ ਹੱਥ ਨਹੀਂ ਪਾਉਂਦਾ ਕਿਸੇ ਚੀਜ਼ ਨੂੰ, ਪੈਂਦਾ ਹੀ ਨਹੀਂ, ਚੁੱਕਿਆ ਨਹੀਂ ਜਾਂਦਾ ਕੁਝ। ਬਸ ਆ ਇੱਕ ਮਨ ਹੀ ਹੈ, ਪਿੰਗਲਾ ਜਿਹਾ, ਟੇਢਾ ਜਿਹਾ, ਇਹਦੇ ਨਾਲ ਅਸੀਂ ਕਹਿੰਦੇ ਹਾਂ ਬ੍ਰਹਮ ਗਿਆਨੀ ਬਣਨਾ ਹੈ। ਇਹਦੇ ਪੱਲੇ ਕੱਖ ਨਹੀਂ, ਟੁੱਟਾ ਹੋਇਆ ਸਾਰਾ ਕੁਝ, ਇਹਦੇ ਵਿੱਚ ਹੈ ਹੀ ਨਹੀਂ ਕੋਈ। ਨਾ ਅਸੀਂ ਇਹ ਮਨ ਗੁਰੂ ਨੂੰ ਦਿੱਤਾ ਹੈ, ਉਸ ਤਰ੍ਹਾਂ ਦੇ ਗੰਦ ਮੰਦ ਲੈ ਕੇ ਤੁਰੇ ਹਾਂ, ਔਰ ਉਸ ਤਰ੍ਹਾਂ ਦੇ ਆੜ ਕਬਾੜ ਦੇ ਨਾਲ ਅਸੀਂ ਧਰਮ ਕਮਾ ਰਹੇ ਹਾਂ। ਉਸ ਤਰ੍ਹਾਂ ਦੀ ਗੰਦਗੀ ਨੂੰ ਐਡੀ ਸੁਗੰਧੀ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ। ਸਾਡੀ ਤੇ ਹਾਲਾਤ ਇਸ ਤਰ੍ਹਾਂ ਦੀ, ਕਿਸੇ ਖਿੜੇ ਹੋਏ ਬਾਗਾਂ ਦੇ ਫੁੱਲ ਵਿੱਚ ਦੁਰਗੰਧੀ ਲੈ ਕੇ ਜਾ ਰਹੇ ਹਾਂ। ਉਹਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਉਸ ਦੁਰਗੰਧੀ ਨੂੰ ਤੇ ਧੋ ਲੈਣਾ ਚਾਹੀਦਾ। ਭਰੀਏ ਹੱਥ ਪੈਰ ਧੰਦੇ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਇੱਥੇ ਗੁਰੂ ਸਾਹਿਬ ਸੁਚੇਤ ਕਰ ਰਹੇ ਨੇ, ਕਹਿਣ ਲੱਗੇ ਤੇਰੇ ਹੱਥ ਪੈਰ ਭਰੇ ਹੋਣ, ਭਰੀਏ ਹੱਥ ਪੈਰ ਤਨ ਦੇ, ਤੇਰੇ ਸਰੀਰ ਤੇ ਗਾਰਾ ਮਿੱਟੀ ਲੱਗਾ ਹੋਵੇ ਤੇ ਤੂੰ ਕਿਸੇ ਪਾਰਟੀ ਵਿੱਚ ਜਾਣਾ ਇਸ ਤਰ੍ਹਾਂ? ਤੂੰ ਕਿਸੇ ਸਭਾ ਵਿੱਚ ਜਾਣਾ, ਧਾਰਮਿਕ ਦੀਵਾਨ ਵਿੱਚ, ਵੀ ਹੱਥ ਮਿੱਟੀ ਨਾਲ, ਪੈਰ ਵੀ, ਸਾਰਾ ਸਰੀਰ ਗਾਰੇ ਨਾਲ ਭਰਿਆ ਹੋਇਆ। ਪਹਿਲਾਂ ਕੀ ਕਰਨਾ ਹੈ? ਪਹਿਲਾਂ ਇਹ ਕਹਿਣਾ ਵੀ ਇੰਨੇ ਲੋਕਾਂ ਵਿੱਚ ਜਾਣਾ ਹੈ, ਤੇ ਪਹਿਲਾਂ ਭਰੀਏ ਹੱਥ ਪੈਰ ਤਨ ਦੇ,
ਪਾਣੀ ਧੋਤਾ, ਉਤਰਸ ਕੇ ਪਾਣੀ ਨਾਲ ਪਹਿਲਾਂ ਇਹਨਾਂ ਸਾਰੀਆਂ ਹੱਥ ਪੈਰ ਨੂੰ ਧੋ ਲਈਏ, ਫਿਰ ਜਾਵਾਂਗੇ ਉਹਨਾਂ ਨੂੰ ਠੀਕ ਕਰ ਲਈਏ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਕੱਪੜੇ ਮੈਲੇ ਨੇ ਉਹਨਾਂ ਨੂੰ ਪਹਿਲਾਂ ਧੋ ਲਈਏ। ਕਹਿੰਦੇ ਇਹ ਤਾਂ ਉਪਰਾਲਾ ਤੂੰ ਕਰ ਲਿਆ, ਹੱਥ ਪੈਰ ਵੀ ਧੋ ਲੈ ਚੰਗੀ ਤਰ੍ਹਾਂ, ਸਰੀਰ ਵੀ ਸਾਫ਼ ਕਰ ਲਿਆ, ਕੱਪੜੇ ਵੀ ਸਾਫ਼ ਕਰ ਲਏ, ਪਰ ਤੂੰ ਜਦੋਂ ਰੱਬ ਦੇ ਘਰ ਵਿੱਚ ਐਂਟਰੀ ਕਰਨੀ, ਉੱਥੇ ਜਿਹੜੀ ਮੱਤ ਲੈ ਕੇ ਜਾਣੀ, ਕਦੀ ਖਿਆਲ ਨਹੀਂ ਕੀਤਾ ਪਹਿਲਾਂ ਇਹਦੇ ਉੱਤੇ ਵੀ ਇੱਕ ਪਾਣੀ ਦਾ ਕੱਪ ਪਾ ਲਈਏ, ਕਦੀ ਯਤਨ ਨਹੀਂ ਕੀਤਾ। ਕਹਿਣ ਲੱਗੇ ਜੇ ਇੱਕ ਸੰਸਾਰਕ ਸਭਾ ਵਿੱਚ ਜਾਣ ਲਈ ਕੱਪੜੇ ਤੇ ਹੱਥ ਪੈਰ ਧੋਣਾ, ਉਸੇ ਤਰ੍ਹਾਂ ਰੱਬ ਦੇ ਘਰ ਵਿੱਚ ਪ੍ਰਵੇਸ਼ ਕਰਨ ਵਾਸਤੇ ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੈ ਰੰਗ। ਬਸ ਉੱਥੇ ਆ ਕੇ ਅਸੀਂ ਬਿਨਾਂ ਧੋਣ ਤੋਂ ਚਲੇ ਗਏ। ਉੱਥੇ ਆ ਕੇ ਗੁਰੂ ਸਾਹਿਬ ਨੂੰ ਕਹਿਣਾ ਪਿਆ ਕਿ ਇਹ ਊਜੂ ਕਿਹੜਾ, ਊਜੂ ਕਹਿੰਦੇ ਨੇ 5 ਇਸ਼ਨਾਨੇ ਨੂੰ, ਇਹ ਕਿਵੇਂ ਪ੍ਰਵਾਨ ਹੈ। ਇਹ ਕਹਿਣਾ ਪਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਤੇਰਾ ਜੇ ਰਤ ਲੱਗੈ ਕੱਪੜੈ, ਜਾਮਾ ਹੋਏ ਪਲੀਤ। ਜਾਮਾ ਤਾਂ ਠੀਕ, ਜੋ ਰਤ ਪੀਵੈ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਨਾਨਕ ਨਾਮ ਖੁਦਾਏ ਕਾ, ਦਿਲ ਹੱਛੈ ਮੁਖ ਲੇਹੋ। ਹੱਛੇ ਦਿਲ ਦੇ ਨਾਲ, ਇਸ ਲਈ ਰੱਬ ਦੇ ਘਰ ਵਿੱਚ ਜਿਹੜਾ ਅੰਗ ਕੰਮ ਕਰਦਾ ਜੀਵਨ ਦਾ, ਉਹ ਹੈ ਮਨੁੱਖ ਦਾ ਮਨ, ਉਹਦੀ ਸੁਰਤ। ਜਿੰਨਾ ਚਿਰ ਉਹ ਸੋਧਿਆ ਨਹੀਂ ਜਾਂਦਾ, ਜਿੰਨਾ ਚਿਰ ਉਹਨੂੰ ਠੀਕ ਨਹੀਂ ਕੀਤਾ ਜਾਂਦਾ, ਜਿਹੜਾ ਕੰਮ ਕਰਾਂਗੇ ਉਹ ਵੀ ਅਧੂਰਾ ਹੀ ਹੋਵੇਗਾ, ਕਿਉਂਕਿ ਸਾਧਨ ਹੀ ਗਲਤ ਹੈ। ਜਿਹਨੇ ਕੰਮ ਕਰਨਾ ਉਹ ਹੀ ਠੀਕ ਨਹੀਂ। ਤਾਂ ਇਸ ਰਾਹ ਦੇ ਵਿੱਚ ਅਰਦਾਸ ਉਦੋਂ ਹੋਵੇਗੀ ਜਦੋਂ ਵਿਸ਼ਵਾਸ ਆਏਗਾ। ਤੇ ਵਿਸ਼ਵਾਸ ਦੇ 2 ਰਸਤੇ ਮੈਂ ਤੁਹਾਡੇ ਨਾਲ ਬਿਆਨ ਕਰ ਰਿਹਾ ਸੀ। ਇੱਕ ਰਸਤਾ ਹੈ, ਉਹ ਹਿੰਮਤ ਵਾਲੇ ਲੋਕ ਨੇ, ਉਹਦੇ ਤੇ ਤੁਰਨਾ ਦੇਖ ਕੇ ਥੋੜ੍ਹਾ ਜਿਹਾ, ਕਿਉਂਕਿ ਗੁਰੂ ਨਾਲ ਚੈਲੰਜ ਹੋ ਰਿਹਾ, ਮੈਨੂੰ ਦਿਖਾ ਕੁਝ, ਤੇ ਗੁਰੂ ਦੀ ਮਾਰ ਸਹਿਣੀ ਬੜੀ ਔਖੀ ਹੈ। ਧਾਰਮਿਕ ਲਾਈਨ ਦੇ ਵਿੱਚ ਜਿਹੜੇ ਲੋਕਾਂ ਤੇ ਬਹੁਤੀ ਮਾਰ ਪੈ ਰਹੀ ਏ, ਕਿਤੇ ਨਾ ਕਿਤੇ ਪਿੱਛੇ ਉਹਨਾਂ ਗੁਰੂ ਨੂੰ ਕਿਹਾ ਸਾਨੂੰ ਕੁਝ ਦਿਖਾ, ਤੇ ਫਿਰ ਗੁਰੂ ਦਾ ਤੇ ਕੰਮ ਇਸੇ ਤਰ੍ਹਾਂ ਦਾ ਹੀ, ਉਹਦਾ ਸਾਰਾ ਕੁਝ ਬਹੁਤ, ਜਦੋਂ ਉਹਨੇ ਕੁਝ ਦਿਖਾਉਣਾ ਹੈ ਤੇ ਉਹਨੇ ਦਿਖਾਉਣਾ ਇਸੇ ਤਰ੍ਹਾਂ ਹੀ ਹੈ। ਪਹਿਲਾਂ ਉਸਨੇ ਇੰਨਾ ਉਸ ਨੂੰ ਮਾਰ ਕੇ ਸਿਰੇ ਤੇ ਲੈ ਜਾਣਾ, ਜਦੋਂ ਉਹਨੂੰ ਕੋਈ ਉਮੀਦ ਨਾ ਰਵੇ ਮੈਂ ਬਚ ਜਾਵਾਂਗਾ। ਵਿਖਾਉਣਾ ਹੈ ਨਾ ਗੁਰੂ ਨੇ ਵੀ ਗੁਰੂ ਰੱਖਣ ਵਾਲਾ, ਉਸ ਕੰਢੇ ਤੇ ਲਿਜਾ ਕੇ ਇਉਂ ਕਹੋ ਵੀ ਲਮਕਾ ਕੇ ਬਿਲਕੁਲ, ਤੇ ਫਿਰ ਕਹੇਗਾ ਹੁਣ ਮੈਂ ਤੈਨੂੰ ਬਚਾ ਸਕਣਾ, ਫਿਰ ਉਹ ਬਚਾਏਗਾ। ਫਿਰ ਉਹ ਕਹੇਗਾ ਵੇਖੋ ਕਿੰਨਾ ਵੱਡਾ ਗੁਰੂ, ਜਿਹਨੇ ਮੈਨੂੰ ਬਿਲਕੁਲ ਸਿਰੇ ਤੇ ਜਾ ਕੇ ਰੱਖ ਲਿਆ। ਤੇ ਜੇ ਪਹਿਲਾਂ ਹੀ ਗੁਰੂ ਰੱਖ ਲੈਂਦਾ, ਅਸੀਂ ਕਹਿਣਾ ਸੀ ਅਸੀਂ ਪਹਿਲਾਂ ਹੀ ਬਚੇ ਹੋਏ ਸਾਂ, ਗੁਰੂ ਨੇ ਕੀਤਾ ਹੀ ਕੀ ਵਿੱਚ ਹੈ। ਇਸ ਲਈ ਸਿਆਣੇ ਕਹਿੰਦੇ ਨੇ ਜੋ ਕੁਝ ਸਾਨੂੰ ਅੱਜ ਮਿਲਿਆ, ਇਹ ਕਦੀ ਕਿਸੇ ਨਾ ਕਿਸੇ ਥਾਂ ਤੇ ਅਸੀਂ ਮੰਗਿਆ ਹੈ ਤਾਂ ਮਿਲ ਰਿਹਾ ਸਾਨੂੰ। ਉਹ ਪਲ ਭੁੱਲ ਗਏ, ਉਹ ਸਾਲ ਵਿਸਰ ਗਏ, ਉਹ ਜਨਮ ਭੁੱਲ ਗਏ ਜਦੋਂ ਅਸੀਂ ਕਿਹਾ ਸੀ ਸਾਡੇ ਉੱਤੇ ਲਾ ਕਸਵੱਟੀ, ਸਾਨੂੰ ਕੁਝ ਆਪਣੀ ਸ਼ਕਤੀ ਦਿਖਾਓ। ਤੇ ਗੁਰੂ ਨੇ ਸ਼ਕਤੀ ਫਿਰ ਤਾਂ ਹੀ ਦਿਖਾਉਣੀ ਹੈ, ਤਰੀਕਾ ਇੱਕੋ ਹੀ ਹੈ। ਇੱਕ ਵਾਰੀ ਇਹਨੂੰ ਪੂਰਾ ਮਾਰ ਕੇ ਫਿਰ ਜਿੰਦਾ ਕਰਨਾ, ਫਿਰ ਇਹਦਾ ਵਿਸ਼ਵਾਸ ਗਹਿਰਾ ਹੋਏਗਾ। ਵਿਸ਼ਵਾਸ ਹੋਵੇਗਾ ਤੇ ਸ਼ਰਨ ਵਿੱਚ ਆਏਗਾ, ਸ਼ਰਨ ਆਏਗਾ ਤੇ ਪ੍ਰਵਾਨ ਹੋ ਜਾਏਗਾ। ਫਿਰ ਇਹਦੇ ਜੀਵਨ ਦੇ ਵਿੱਚ ਸੰਪੂਰਨਤਾ ਆ ਜਾਏਗੀ। ਤਾਂ ਇੱਕ ਤਰੀਕਾ ਸਿੱਧਾ ਹੈ ਖਤਰਨਾਕ, ਉਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਗੁਰੂ ਨੂੰ ਸਿੱਧਾ ਕਹਿਣਾ। ਇਸ ਲਈ ਸਤਿਗੁਰੂ ਨੇ ਕਿਹਾ ਤੇਰੇ ਵਾਸਤੇ ਰਸਤਾ ਹੈ ਠੀਕ, ਕਿ ਤੂੰ ਉਹਨਾਂ ਦੀ ਸੰਗਤ ਕਰ ਜਿਹੜੇ ਪਹਿਲਾਂ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਸਹਿ ਚੁੱਕੇ ਨੇ। ਭਗਤ ਧੰਨੇ ਨੇ ਇਸ ਵਿਧੀ ਨੂੰ ਅਪਣਾਇਆ। ਉਹਨੇ ਨਾਮਦੇਵ ਵੱਲੋਂ ਵੇਖਿਆ, ਕੀ ਵੇਖਿਆ? ਗੋਬਿੰਦ 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 ਸੰਗ, ਨਾਮਦੇਵ ਮਨ ਲੀਨਾ। ਆੜ ਦਾਮ ਕੋ ਛੀਪਰੋ, ਹੋਇਓ ਲਾਖੀਣਾ।
ਅੱਧੀ ਕੌਡੀ ਦਾ ਛੀਂਬਾ ਜਿਸ ਨੂੰ ਕਹਿੰਦੇ ਸਨ, ਆੜ ਕਹਿੰਦੇ ਅੱਧੀ ਕੌਡੀ। ਬੁੰਦਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣਿਆ ਗਹੀਰਾ। ਇਹ ਵੀ ਸੁਣਿਆ ਭਗਤ ਧੰਨੇ ਨੇ, ਭਗਤਾਂ ਦਾ ਜੀਵਨ ਸੁਣਿਆ ਹੈ। ਰਵਿਦਾਸ ਢੁਅੰਤਾ ਢੋਰ ਨੀਤ, ਬੜੀ ਅਜੀਬ ਗੱਲ ਸੀ ਕਿ ਭਗਤ ਧੰਨਾ ਜੀ ਨੇ ਦੇਖਿਆ ਰਵਿਦਾਸ ਕੈਸੇ ਭਗਤ ਨੇ। ਬਨਾਰਸ ਵਿੱਚ ਕਿਸੇ ਦੀ ਮੱਝ ਗਾਂ ਮਰਦੀ ਏ ਤੇ ਉਹ ਰਵਿਦਾਸ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ, ਕਹਿੰਦੇ ਸਾਡੀ ਮੱਝ ਗਾਂ ਮਰ ਗਈ, ਚੁੱਕ ਕੇ ਲੈ ਜਾਓ, ਇਸ ਦੀ ਖੱਲ ਲਾਹ ਲਓ, ਇਹਨੂੰ ਹੱਡੋ ਰੋੜੇ ਵਿੱਚ ਲੈ ਜਾਓ। ਕਿਵੇਂ ਦੇ ਭਗਤ ਹੋਣਗੇ। ਵਾਕਈ ਰਵਿਦਾਸ ਜੀ ਜਦੋਂ ਤੁਰਦੇ ਹੋਣਗੇ ਤੇ ਕੁੱਤੇ ਨਾਲ ਤੁਰਦੇ ਹੋਣਗੇ ਉਹਨਾਂ ਦੇ। ਕਿਵੇਂ ਦੇ ਜੀਵਨ ਵਿੱਚ ਪਰਮਾਤਮਾ ਨੂੰ ਆਉਣਾ ਪਿਆ ਹੈ, ਬਾਹਰੀ ਜੀਵਨ ਕਿਵੇਂ ਦਾ ਹੈ। ਇਸ ਲਈ ਰੱਬ ਦੇ ਰਸਤੇ ਬੜੇ ਅਜੀਬ ਨੇ, ਉਹਦਾ ਪਤਾ ਨਹੀਂ ਕਿਸ ਨੂੰ ਚੁਣਦਾ ਹੈ, ਕਿਹਦੇ ਉੱਤੇ ਖੁਸ਼ ਹੋ ਜਾਂਦਾ ਹੈ। ਰਵਿਦਾਸ ਢੁਅੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਵੀ ਸੁਣਿਆ ਧੰਨੇ ਨੇ, ਵਿਸ਼ਵਾਸ ਹੋਰ ਡੂੰਘਾ ਹੋ ਗਿਆ। ਸੈਣ ਨਾਈ ਬੁੱਤਕਾਰਿਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਚੌਥੇ ਭਗਤ ਨੂੰ ਸੁਣਿਆ, 100% ਵਿਸ਼ਵਾਸ ਗਹਿਰਾ ਹੋ ਗਿਆ, ਵਾਕਈ ਪਰਮਾਤਮਾ ਵਿੱਚ ਸ਼ਕਤੀ ਹੈ। ਜਦੋਂ ਇਹ ਵਿਸ਼ਵਾਸ ਗਹਿਰਾ ਹੋਇਆ ਤੇ ਫਿਰ ਪਿਆ ਸ਼ਰਨ ਵਿੱਚ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਇਹ ਗੱਲਾਂ ਸਾਰੀਆਂ ਸੁਣ ਕੇ ਉਹ ਜੱਟ ਭਗਤ ਜਿਹੜਾ ਸੀ ਭਗਤੀ ਕਰਨ ਲੱਗ ਪਿਆ। ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ, ਸਿੱਧਾ ਆਦਮੀ ਸੀ। ਉਹਨੇ ਕਿਹਾ ਉਹਨਾਂ ਚਿਰ ਮੈਂ ਨਹੀਂ ਮੰਨਣਾ ਜਿੰਨਾ ਚਿਰ ਸਾਹਮਣੇ ਬਿਲਕੁਲ ਪ੍ਰਤੱਖ, ਇਹਨੂੰ ਕਹਿੰਦੇ ਪ੍ਰਤੱਖ ਤੇ ਗੁਪਤ ਦਰਸ਼ਨ ਪਰਮਾਤਮਾ ਦੇ ਦੋ ਤਰ੍ਹਾਂ ਦੇ ਹੁੰਦੇ ਨੇ। ਕੋਈ ਕਿਵੇਂ ਕਰਨਾ ਚਾਹੁੰਦਾ, ਇਹ ਉਹਦੀ ਆਪਣੀ ਸਮਰੱਥਾ ਹੈ, ਕਿਹੜੇ ਢੰਗ ਨਾਲ ਕਰਨਾ ਚਾਹੁੰਦਾ। ਪਰ ਉਹਨਾਂ ਨੂੰ ਬਾਹਰੋਂ ਤਾਂ ਦਰਸ਼ਨ ਹੋਏ ਜੇ ਅੰਦਰੋਂ ਹੋਏ ਪਹਿਲਾਂ, ਇਕੱਲੇ ਬਾਹਰੋਂ ਨਹੀਂ। ਇਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਤਾਂ ਬਣਿਆ ਕਿਉਂਕਿ ਉਹਨਾਂ ਨੇ ਵਿਸ਼ਵਾਸੀਆਂ ਦੀ ਸੰਗਤ ਕੀਤੀ ਹੈ, ਉਹਨਾਂ ਤੋਂ ਸਹਾਰਾ ਮਿਲਿਆ। ਜਿਨ੍ਹਾਂ ਨੇ ਇਸ ਤਰ੍ਹਾਂ ਸੰਗਤ ਕੀਤੀ ਉਹ ਵਿਸ਼ਵਾਸ ਵਿੱਚ ਗਹਿਰੇ ਚਲੇ ਗਏ, ਤਾਂ ਵਿਸ਼ਵਾਸ ਦੇ ਵਿੱਚ ਆ ਕੇ ਫਿਰ ਉਹ ਸ਼ਰਨ ਵਿੱਚ ਪਏ। ਉਸ ਤੋਂ ਪਹਿਲਾਂ ਸ਼ਰਨ ਵਿੱਚ ਨਹੀਂ ਪਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਛੰਦ ਵਿੱਚ ਕਹਿ ਰਹੇ ਨੇ, ਜੇ ਅਸ ਤੁਜ ਤਬ ਸਰਨੀ ਪਰੇ। ਅਸ ਤੁਜ, ਤੁਜ ਦੇ ਅਰਥ ਨੇ ਝੰਡਾ, ਅਸ ਦੇ ਅਰਥ ਨੇ ਕਿਰਪਾਨ ਖੰਡਾ। ਹੇ ਅਸ ਤੁਜ, ਤੇਰੇ ਝੰਡੇ ਦੇ ਉੱਤੇ ਕਿਰਪਾਨ ਦਾ ਨਿਸ਼ਾਨ ਹੈ। ਸ੍ਰੀ ਸਾਹਿਬ ਆਪਾਂ ਸ਼ਬਦ ਵਰਤਦੇ ਹਾਂ, ਕਿਰਪਾਨ ਭਗਉਤੀ ਇਸੇ ਨੂੰ ਕਹਿੰਦੇ ਨੇ। ਭਗਉਤੀ ਦੇ ਅਰਥ ਨੇ ਸ਼ਕਤੀ। ਹੇ ਅਸ ਤੁਜ, ਕਹਿਣ ਲੱਗੇ ਹੇ ਪ੍ਰਭੂ ਤੂੰ ਸ਼ਕਤੀਸ਼ਾਲੀ, ਤੇਰੇ ਹੱਥ ਵਿੱਚ ਕਿਰਪਾਨ ਹੈ, ਖੰਡਾ ਹੈ, ਤੂੰ ਰਾਜਾ ਹੈ। ਇਹ ਸਿਰਫ ਪ੍ਰਤੀਕ ਦਿੱਤਾ ਹੈ ਕਿ ਤੇਰੇ ਹੱਥਾਂ ਵਿੱਚ ਬੜੀ ਸ਼ਕਤੀ ਹੈ। ਲੋੜ ਪੈਣ ਤੇ ਤੂੰ ਤਲਵਾਰ ਧਾਰੀ ਹੋ ਜਾਂਦਾ ਹੈ, ਲੋੜ ਪੈਣ ਤੇ ਤੂੰ ਸ਼ਕਤੀ ਦੀ ਵਰਤੋਂ ਕਰ ਲੈਂਦਾ, ਨਹੀਂ ਤੇ ਆਪਣੇ ਆਨੰਦ ਵਿੱਚ ਟਿਕਿਆ ਰਹਿਣਾ। ਜੇ ਅਸ ਤੁਜ ਤਬ ਸਰਨੀ ਪਰੇ। ਹੇ ਸ਼ਕਤੀਸ਼ਾਲੀ ਪ੍ਰਭੂ, ਹੇ ਕਿਰਪਾਨ ਧਾਰੀ ਪ੍ਰਭੂ, ਜਿਹੜੇ ਤੇਰੀ ਸ਼ਰਨ ਵਿੱਚ ਪੈ ਗਏ, ਜਿਨ੍ਹਾਂ ਨੂੰ ਤੇਰੇ ਉੱਤੇ ਵਿਸ਼ਵਾਸ ਆ ਗਿਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਵਾਗ ਡੋਰ ਤੇਰੇ ਚਰਨਾਂ ਵਿੱਚ ਰੱਖ ਦਿੱਤੀ, ਮਰਨਾ ਜੀਵਣਾ ਸਭ ਕੁਝ ਸੌਂਪ ਦਿੱਤਾ, ਤਿਨਕੇ ਦੁਸ਼ਟ, ਫਿਰ ਉਹਨਾਂ ਦੇ ਜਿਹੜੇ ਦੁਸ਼ਟ ਸਨ, ਦੁਖਿਤ ਹਵੈ ਮਰੇ। ਕਿਉਂਕਿ ਹਰ ਇੱਕ ਬੰਦੇ ਦੇ ਅੰਤਰੀਵ ਦੁਸ਼ਟ ਹੀ ਬਾਹਰਲੇ ਦੁਸ਼ਟ ਨੇ, ਖਿਆਲ ਰੱਖਣਾ। ਦੁਨੀਆ ਵਿੱਚ ਜਿੰਨਾ ਵੀ ਦੁਸ਼ਟ ਟੋਲਾ ਹੈ ਜੋ ਬੰਦੇ ਨੂੰ ਬਾਹਰੋਂ ਸਤਾਉਂਦਾ, ਉਹਦਾ ਕੇਂਦਰ ਮਨੁੱਖ ਦੇ ਜੀਵਨ ਦੇ ਵਿੱਚ ਹੁੰਦਾ ਹੈ, ਬਾਹਰੋਂ ਕੋਈ ਨਹੀਂ ਆ ਸਕਦਾ, ਖਿਆਲ ਰੱਖਣਾ। ਜਿੰਨੇ ਵੀ ਦੁੱਖ ਬਾਹਰੋਂ ਆਏ ਨੇ ਉਹਨਾਂ ਨੂੰ ਕਿਸੇ ਸੱਦੇ ਤੇ ਅੰਦਰ ਸੱਦਿਆ ਗਿਆ, ਕੁਝ ਨਾ ਕੁਝ ਕਿਤੇ ਅੰਦਰ ਨੁਕਸ ਹੈ ਜੀਵਨ ਵਿੱਚ, ਮਨ ਵਿੱਚ, ਵੈਸੇ ਆ ਹੀ ਨਹੀਂ ਸਕਦਾ, ਕਿਤੇ ਨਾ ਕਿਤੇ ਕੋਈ ਰਸਤਾ ਦਿੱਤਾ ਗਿਆ ਹੈ। ਪਰ ਫਿਰ ਵੀ ਕਈ ਵਾਰੀ ਸਿੱਧੇ ਰਾਹ ਤੇ ਤੁਰਦਿਆਂ ਨੂੰ ਸਤਾਉਣ ਵਾਲੇ ਲੋਕਾਂ ਦੀ ਕਮੀ ਇਸ ਧਰਤੀ ਤੇ ਨਹੀਂ ਹੈ। ਜਿਹੜੇ ਸਿੱਧੇ ਮਾਰਗ ਤੇ ਜਾ ਰਹੇ ਹੋਣ, ਉਹਨਾਂ ਤੋਂ ਰੱਖਿਆ ਦੀ ਗੱਲ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤੀ ਗਈ ਹੈ। ਇੱਕ ਤੇ ਇਹ ਸਿਧਾਂਤ ਹੈ ਕਿ ਜੋ ਕੁਝ ਅਸੀਂ ਕੀਤਾ ਉਹਦਾ ਕੁਝ ਨਾ ਕੁਝ ਹਿੱਸਾ ਸਾਨੂੰ ਮਿਲਣਾ ਹੈ। ਪਰ ਕੀ ਪਤਾ ਨਵੇਂ ਤੌਰ 'ਤੇ ਨਿਉਂਦਰਾ ਭਾਜੀ ਸ਼ੁਰੂ ਹੋਵੇ, ਉਹਦਾ ਕੀ ਕਰਾਂਗੇ? ਉਹ ਵੀ ਪ੍ਰਵਾਨ ਕਰੀ ਜਾਵਾਂਗੇ। ਉਹਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਸ਼ਬਦ ਪਾਏ ਨੇ। ਹਰ ਇੱਕ ਇਹਦੇ ਅਰਥ ਇਹ ਨਹੀਂ ਵੀ ਸਾਰਾ ਸੰਸਾਰ ਰੱਬ ਦਾ ਰੂਪ ਹੈ ਕਿ ਜੋ ਵਧੀਕੀ ਹੁੰਦੀ ਹੈ ਜੀਵਨ ਵਿੱਚ ਉਹਨੂੰ ਸਹਿਣ ਕਰੀ ਜਾਓ, ਇਹਦੇ ਅਰਥ ਨਹੀਂ ਹਨ। ਇਸ ਲਈ ਕਹਿੰਦੇ ਕਿ ਤੂੰ ਉਹਦੀ ਸ਼ਰਨ ਵਿੱਚ ਪੈ, ਉਹਦੀ ਸ਼ਰਨ ਵਿੱਚ ਰਹਿ। ਜਿਹੜੇ ਉਹਦੀ ਸ਼ਰਨ ਵਿੱਚ ਪਏ ਨੇ ਉਹਨਾਂ ਦੇ ਜਿਹੜੇ ਦੁਸ਼ਟ ਨੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਵਧੀਕੀ ਕੀਤੀ ਹੈ, ਇਹ ਠੀਕ ਹੈ ਸਮਾਂ ਜ਼ਰੂਰ ਲੱਗ ਸਕਦਾ, ਪਰ ਵਕਤ ਪਾ ਕੇ ਦੁਖਿਤ ਹੋਵੈ ਮਰੇ, ਉਹ ਦੁਖੀ ਹੋ ਕੇ ਮਰ ਗਏ। ਉਹਨਾਂ ਨੂੰ ਉਸ ਦਾ ਬਹੁਤ ਵੱਡਾ ਹਰਜਾਨਾ ਦੇਣਾ ਪਿਆ। ਆਦਮੀ ਖੁਦ ਸ਼ੁੱਧ ਹੋਵੇ, ਇਹ ਤਾਂ ਵਾਪਰਦਾ, ਖਿਆਲ ਰੱਖਣਾ। ਅਸੀਂ ਕਹਿੰਦੇ ਹਾਂ ਇਹ ਪੰਕਤੀਆਂ ਸਾਡੇ ਜੀਵਨ ਵਿੱਚ ਵਾਪਰਦੀਆਂ ਤੇ ਨਹੀਂ। ਫਲਾਣਾ ਬੰਦਾ ਸਾਨੂੰ ਬਹੁਤ ਦੁਖੀ ਕਰਦਾ, ਉਹਦਾ ਤੇ ਕੁਝ ਵੀ ਨਹੀਂ ਵਿਗੜਿਆ, ਕਿਉਂਕਿ ਸਾਡੇ ਮਨ ਵਿੱਚ ਇੱਕ ਕ੍ਰੋਧ ਦੀ ਬਿਰਤੀ ਹੁੰਦੀ ਹੈ ਕਿ ਅਸੀਂ ਜਿਹੜਾ ਸਾਨੂੰ ਸਤਾ ਰਿਹਾ ਅਸੀਂ 100 ਗੁਣਾ ਵੱਧ ਉਹਨੂੰ ਸਤਾਉਣਾ ਹੈ। ਜੋ ਕੁਝ ਉਹ ਕਰ ਰਿਹਾ ਉਹ ਅਸੀਂ ਕਰ ਦਿੱਤਾ। ਇਹ ਘਟਨਾ ਤਾਂ ਵਾਪਰਦੀ ਹੈ ਜੇ ਗੁਰਬਾਣੀ ਅਨੁਸਾਰ, ਗੁਰੂ ਰਾਮਦਾਸ ਜੀ ਦੇ ਸ਼ਬਦ ਅਨੁਸਾਰ ਇਹ ਸੁਭਾਅ ਅੰਦਰ ਪੈਦਾ ਹੋ ਜਾਏ ਕਿ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਗੁਣ ਦਾ ਅਰਥ ਹੈ ਸੁਭਾਅ। ਤੇ ਜੇ ਉਹ ਹੀ ਸੁਭਾਅ ਸਾਡੇ ਵਿੱਚ ਵੀ ਆ ਗਿਆ, ਅਸੀਂ 2 ਕਦਮ ਅੱਗੇ ਚਲੇ ਗਏ, ਤੇ ਗੁਰੂ ਨੂੰ ਕੰਮ ਕਰਨ ਦਾ ਮੌਕਾ ਕਿੱਥੇ ਮਿਲੇਗਾ? ਗੁਰੂ ਉਹਨਾਂ ਦਾ ਕੰਮ ਕਰਦਾ ਹੈ, ਉਹਨਾਂ ਦਾ ਸਾਥ ਤੇ ਪੱਖ ਲੈਂਦਾ ਹੈ ਜਿਨ੍ਹਾਂ ਦੇ ਨਾਲ ਵਧੀਕੀ ਹੁੰਦੀ ਹੈ, ਤੇ ਉਹ ਗੁਰੂ ਕੋਲ ਕਹਿ ਦਿੰਦੇ ਨੇ ਇਹ ਹੋ ਰਿਹਾ, ਮੈਂ ਕੁਝ ਨਹੀਂ ਕਰਨਾ, ਨਾ ਮੇਰੇ ਤੋਂ ਹੁੰਦਾ, ਇਹ ਤੁਹਾਡਾ ਕੰਮ ਹੈ, ਤੁਸੀਂ ਦੇਖੋ। ਤੇ ਫਿਰ ਵੇਖੋ ਜਰਾ ਆਟਾ ਬਰੀਕ ਕਿਵੇਂ ਹੁੰਦਾ ਹੈ, ਫਿਰ ਕੰਮ ਗੁਰੂ ਦਾ ਹੈ। ਉਹ ਪਰ ਅਸੀਂ ਤਾਂ ਉਹਦੇ ਤੋਂ ਪਹਿਲਾਂ ਆਪ ਹੀ ਵਿੱਚ ਖੜੇ ਹੋ ਗਏ, ਅਸੀਂ ਉਸ ਤੋਂ ਪਹਿਲਾਂ ਆਪ ਹੀ ਸ਼ੁਰੂ ਕਰ ਦਿੱਤਾ ਸਭ ਕੁਝ। ਕਿੰਨੀਆਂ ਘਟਨਾਵਾਂ ਨੇ ਜਿਹੜੀਆਂ ਸਾਡੇ ਸਾਹਮਣੇ ਵਾਪਰਦੀਆਂ ਨੇ, ਪਰ ਉੱਥੇ ਵਾਪਰਦੀਆਂ ਨੇ ਜਿੱਥੇ ਅਸੀਂ ਆਪਣਾ ਸਭ ਕੁਝ ਗੁਰੂ ਦੇ ਹੱਥਾਂ ਵਿੱਚ ਦਿੰਦੇ ਹਾਂ, ਉਹਦੇ ਤੋਂ ਬਾਅਦ ਹੁੰਦਾ। ਉਹਨਾਂ ਦੇ ਦੁਸ਼ਟ ਕਹਿੰਦੇ ਦੁਖੀ ਹੋਏ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਪੁਰਖ ਜਵਨ ਪੱਗ ਪਰੇ ਤਿਹਾਰੇ। ਪੁਰਖ ਦਾ ਅਰਥ ਹੈ ਮਨੁੱਖ, ਜਵਨ ਜਿਹੜੇ, ਪੱਗ ਪਰੇ ਪੱਗ ਦਾ ਅਰਥ ਹੈ ਪੈਰ। ਜਿਹੜੇ ਮਨੁੱਖਾਂ ਨੇ, ਜਿਹੜੇ ਜੀਵਾਂ ਨੇ ਤੁਹਾਡੇ ਚਰਨ ਪਕੜ ਲਏ, ਤੁਹਾਡੇ ਚਰਨਾਂ ਤੇ ਸਿਰ ਰੱਖ ਦਿੱਤਾ, ਤਿਨਕੇ ਤੁਮ ਸੰਕਟ ਸਭ ਟਾਰੇ। ਉਹਨਾਂ ਦੇ ਸਾਰੇ ਸੰਕਟ ਜ਼ਿੰਦਗੀ ਦੇ ਤੁਸੀਂ ਟਾਲ ਦਿੱਤੇ। ਸੰਕਟ ਨੂੰ ਗੁਰੂ ਛੋਟਾ ਕਰ ਦਿੰਦਾ ਹੈ। ਸੰਕਟ ਤੇ ਮੈਂ ਸ਼ੁਰੂ ਵਿੱਚ ਕਿਹਾ ਸੀ, ਕੁਝ ਜੀਵਨ ਦੀਆਂ ਮੁਸੀਬਤਾਂ ਜੀਵਨ ਦੇ ਵਿੱਚ ਰਹਿੰਦੀਆਂ ਨੇ, ਅਸੀਂ ਉਹਨਾਂ ਨੂੰ ਵੈਸੇ ਹੀ ਹਟਾਉਣ ਦਾ ਯਤਨ ਕਰੀ ਜਾ ਰਹੇ ਹਾਂ। ਉਹਨਾਂ ਨੂੰ ਹਟਾਉਣਾ ਹੀ ਮੁਸੀਬਤ ਬਣ ਜਾਂਦੀ ਹੈ। ਕਈ ਵਾਰੀ ਕੁਝ ਚੀਜ਼ਾਂ ਨੂੰ ਅਸੀਂ ਬਹੁਤਾ ਹਟਾਈ ਜਾਂਦੇ, ਉਪਰਾਲਾ ਕਰੀ ਜਾਂਦੇ ਹਾਂ, ਯਤਨ ਕਰੀ ਜਾਂਦੇ ਹਾਂ, ਤਾਂ ਉਹਨਾਂ ਦਾ ਹਟਾਉਣਾ ਜਿਹੜਾ ਦੁੱਖ ਬਣ ਜਾਂਦਾ ਹੈ। ਕਈ ਚੀਜ਼ਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਉਹਦੇ ਨਾਲੋਂ ਹਟਦੀਆਂ ਨੇ। ਕਈ ਚੀਜ਼ਾਂ ਨੂੰ ਹਟਾਉਣਾ ਪੈਂਦਾ, ਕਈਆਂ ਨੂੰ ਪ੍ਰਵਾਨ ਕਰਨਾ ਪੈਂਦਾ। ਇਹ ਪੂਰੇ ਗੁਰੂ ਦੀ ਸ਼ਰਨ ਵਿੱਚ ਹੀ ਪਤਾ ਲੱਗਦਾ ਵੀ ਕਿਹੜੀਆਂ ਚੀਜ਼ਾਂ ਪ੍ਰਵਾਨ ਕਰੀਦੀਆਂ ਨੇ, ਕਿਹਨਾਂ ਨੂੰ ਹਟਾਉਣ ਦਾ ਉਪਰਾਲਾ ਕਰੀਦਾ ਹੈ। ਤਾਂ ਇਹ ਗੁਰਮੁਖ ਦੀ ਜ਼ਿੰਦਗੀ ਦੇ ਵਿੱਚ ਆਉਂਦਾ। ਸਤਿਗੁਰੂ ਕਹਿੰਦੇ ਉਹਨਾਂ ਦੇ ਸਾਰੇ ਸੰਕਟ ਤੁਸੀਂ ਟਾਲ ਦਿੱਤੇ, ਖਤਮ ਕਰ ਦਿੱਤੇ। ਫਿਰ ਹਜ਼ੂਰ ਅੱਗੇ ਬਚਨ ਕਰਦੇ, ਕਹਿੰਦੇ ਜੋ ਕਲ ਕੋ ਇੱਕ ਬਾਰ ਧਿਆ ਹੈ। ਇਸ ਕਲਯੁਗ ਦੇ ਵਿੱਚ ਅਕਾਲ ਪੁਰਖ ਨੂੰ ਜਿਹੜੇ ਲੋਕ ਇੱਕ ਬਾਰ, ਬਾਰ ਦੇ ਅਰਥ ਨੇ ਦਰਵਾਜ਼ਾ, ਇੱਕ ਵਾਰ ਦੇ ਅਰਥ ਇੱਕ ਵਾਰੀ ਵੀ ਹੁੰਦਾ, ਪਰ ਇੱਥੇ ਇੱਕ ਬਾਰ ਧਿਆ ਹੈ, ਜਿਹੜਾ ਉਹਦਾ ਇੱਕੋ ਹੀ ਦਰਵਾਜ਼ਾ ਪਕੜ ਲੈਂਦੇ ਨੇ, ਇੱਕ ਦੇ ਹੋ ਜਾਂਦੇ ਨੇ, ਇੱਕ ਦੇ ਦਰ ਤੇ ਬੈਠ ਜਾਂਦੇ ਨੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਕਿਉਂਕਿ ਇਸ ਕਲਯੁਗ ਦੇ ਵਿੱਚ ਇੱਕ ਬਾਰ ਤੇ ਇੱਕ ਦਰਵਾਜ਼ੇ ਤੇ ਰਹਿਣਾ ਬਹੁਤ ਔਖਾ ਹੈ। ਮਨ ਭਟਕਦਾ ਹੈ ਅੰਦਰੋਂ। ਜਿਨ੍ਹਾਂ ਨੇ ਇੱਕ ਮਨ ਹੋ ਕੇ ਪ੍ਰਭੂ ਨੂੰ ਧਿਆਇਆ ਹੈ,
ਫਿਰ ਕਹਿੰਦੇ ਤਾਂ ਕਿ ਕਾਲ ਨਿਕਟ ਨਹਿ ਐ, ਕਾਲ ਤਰਾਸਦੀ ਉਹਦੇ ਨੇੜੇ ਨਹੀਂ ਆਉਂਦੀ, ਉਹਦੀ ਜ਼ਿੰਦਗੀ ਦੇ ਵਿੱਚ ਫਿਰ ਰੁਕਾਵਟ ਨਹੀਂ ਆਉਂਦੀ। ਫਿਰ ਕਹਿੰਦੇ ਰੱਛਾ ਹੋਏ ਤਾਹੇ ਸਭ ਕਾਲਾ। ਇਹ ਜਿਹੜੀ ਬਾਣੀ ਹੈ ਇਹ ਪੜ੍ਹਨ ਦਾ ਵਿਧਾਨ ਕੀਤਾ ਗਿਆ ਗੁਰਸਿੱਖਾਂ ਦੀ ਜ਼ਿੰਦਗੀ ਵਿੱਚ ਦੋਵੇਂ ਵਕਤ, ਜਾਂ ਕਈ ਗੁਰਸਿੱਖ ਇਸ ਬਾਣੀ ਦਾ ਜ਼ਿਆਦਾ ਅਭਿਆਸ ਵੀ ਕਰਦੇ ਨੇ, ਕਿਉਂਕਿ ਇਸ ਬਾਣੀ ਦਾ ਇੱਕ ਰੱਛਾ ਹੋਏ ਤਾਂ ਹੀ ਸਭ ਕਾਲਾ। ਇਹਦਾ ਇਹ ਨਹੀਂ ਕਿ ਜਿੰਨਾ ਚਿਰ ਤੁਸੀਂ ਇਹਨੂੰ ਪੜ੍ਹਦੇ ਹੋ ਉਹਨਾਂ ਚਿਰ ਰੱਛਾ ਕਰੇਗੀ, ਸਭ ਕਾਲਾ, ਨਿਰੰਤਰ ਨਿਰੰਤਰ ਇਹ ਸਿਕਿਉਰਿਟੀ ਦੇਗੀ ਉਸ ਗੁਰਸਿੱਖ ਨੂੰ। ਇਹ ਬਾਣੀਆਂ ਚੁਣ ਕੇ ਪਾਈਆਂ ਗੁਰੂ ਸਾਹਿਬ ਨੇ। ਇਹ ਠੀਕ ਹੈ ਬਾਣੀ ਸਾਰੀ ਇੱਕ ਹੈ, ਪਰ ਕੁਝ ਬਾਣੀਆਂ ਵਿਸ਼ੇਸ਼ ਪ੍ਰਸੰਗਿਕ ਹਨ, ਉਹਨਾਂ ਨੂੰ ਖਾਸ ਤਰੀਕੇ ਨਾਲ ਗੁਰੂ ਸਾਹਿਬ ਨੇ ਨਿਤਨੇਮ ਵਿੱਚ ਤਾਂ ਪਰੋਇਆ, ਤਾਂ ਸ਼ਬਦ ਪਾਏ ਨੇ। ਇਸ ਕਰਕੇ ਉਹਨਾਂ ਦੀ ਰੱਛਿਆ ਸਦਾ ਕਾਲ ਵਾਸਤੇ, ਸਦੀਵ ਕਾਲ ਵਾਸਤੇ ਹੁੰਦੀ ਹੈ। ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਉਹਨਾਂ ਦੇ ਦੁਸ਼ਟ ਤੇ ਅਰਿਸ਼ਟ ਦੋਵੇਂ, ਦੁਸ਼ਟ ਦਾ ਅਰਥ ਹੈ ਬਾਹਰਲੇ ਦੁਸ਼ਮਣ, ਅਰਿਸ਼ਟ ਦਾ ਅਰਥ ਹੈ ਅੰਦਰਲੇ ਦੁਸ਼ਮਣ, ਦੋਵੇਂ ਉਸੇ ਵੇਲੇ ਤਤਕਾਲ ਹੀ ਟਲਦੇ ਨੇ, ਖਤਮ ਹੋ ਜਾਂਦੇ ਨੇ। ਕਿਉਂਕਿ ਇਹ ਬਾਣੀ ਜਿਹੜੀ ਹੈ ਇਹ ਤਤਕਾਲ ਕਾਰਜ ਵਿਧੀ ਤੇ ਕੰਮ ਕਰਦੀ, ਉਸੇ ਵੇਲੇ ਅਸਰ ਕਰਨ ਵਾਲੀ ਬਾਣੀ ਹੈ। ਜਿਵੇਂ ਕਈ ਵੱਖਰੀਆਂ ਵੱਖਰੀਆਂ ਦਵਾਈਆਂ ਹੁੰਦੀਆਂ ਨਾ, ਵੀ ਅੱਜ ਖਾਓ ਸਹਿਜੇ ਸਹਿਜੇ, ਪਰ ਇਹ ਤਾਂ ਸਾਧ ਸੰਗਤ ਉਧਾਰ ਕੋਈ ਨਹੀਂ ਇਸ ਬਾਣੀ ਵਿੱਚ। ਇੱਧਰ ਕਰੋ ਤੇ ਉੱਧਰ ਦੇਖੋ ਕਿਵੇਂ ਚੱਲਦਾ ਹੈ। ਤਾਂ ਇਹ ਜਿਹੜਾ ਹੈ ਉਹਨਾਂ ਦੇ ਦੁਸ਼ਟ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰ ਰਹੇ ਨੇ, ਇਹਨਾਂ ਸ਼ਬਦਾਂ ਦੇ ਵਿੱਚ ਕਹਿ ਰਹੇ ਨੇ ਕਿ ਉਹਨਾਂ ਦੇ ਹੋਰ ਅੱਗੇ ਬਚਨ ਕਹਿ ਰਹੇ ਨੇ, ਕਿਰਪਾ ਦਿਸ਼ਟ ਤਨ ਜਾਹੇ ਨਿਹਰਹੁ, ਤਾਂ ਕਿ ਤਾਪ ਤਨਕ ਮੋਹ ਹਰਹੁ, ਰਿੱਧ ਸਿੱਧ ਘਰ ਮੋਹ ਸਭ ਹੋਈ। ਐਸੇ ਗੁਰਮੁਖਾਂ ਦੇ ਜੀਵਨ ਦੇ ਵਿੱਚ ਰਿੱਧੀਆਂ ਸਿੱਧੀਆਂ ਭਾਵ ਰੱਖਿਆ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ। ਦੁਸ਼ਟ ਛਾ ਛਵੈ ਸਕੈ ਨਾ ਕੋਈ, ਕੋਈ ਦੁਸ਼ਟ ਉਹਨਾਂ ਨੂੰ ਛਵੈ ਨਹੀਂ ਸਕਦਾ, ਡਰਾ ਨਹੀਂ ਸਕਦਾ। ਛਵੈ ਦਾ ਅਰਥ ਹੈ ਕਿਸੇ ਨੂੰ ਡਰਾਈ ਜਾਣਾ, ਭੈ ਦੇਣਾ। ਇਹ ਸਾਰੀਆਂ ਦਾਤਾਂ ਕਿਹਨਾਂ ਨੂੰ ਮਿਲੀਆਂ? ਜਿਹੜੇ ਆਪਣਾ ਇੱਕ ਸ਼ੁੱਧ ਮਨ ਗੁਰੂ ਕੋਲ ਲੈ ਕੇ ਆਏ, ਗੁਰੂ ਦੀ ਸ਼ਰਨ ਵਿੱਚ ਪਏ, ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਨੇ ਆਪਣਾ ਆਪ ਸੌਂਪ ਦਿੱਤਾ। ਗੁਰੂ ਸਾਹਿਬ ਕਿਰਪਾ ਕਰਨ ਇਹ ਦਾਤਾਂ ਸਾਡੀ ਝੋਲੀ ਵਿੱਚ ਪੈਣ।